धरती नूं जितण वाले भी बहुत होणगे, पर महाराज कहंदे वड्डे वड्डे इलाकिਆਂ नूं जितण वाले राजे भी इस मन तो हारे हुंदे ने। गुरु नानक दी नज़र दे विच ਉਹ ਲੋਕ ਕੋਈ ਬਹੁਤੇ ਵੱਡੇ ਨਹੀਂ ਜਿਨ੍ਹਾਂ ਨੇ ਦੁਨੀਆ ਜਿੱਤ ਲਈ, ਤੇ ਉਹ ਲੋਕ ਸਭ ਤੋਂ ਵੱਡੇ ਨੇ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ। ਮਹਾਰਾਜ ਕਹਿੰਦੇ ਜਿਵੇਂ ਇੱਕ ਕੁੱਤਾ ਥਾਂ ਥਾਂ ਤੇ ਮੂੰਹ ਮਾਰਦਾ ਰਹਿੰਦਾ ਉਹ ਰੱਜਦਾ ਨਹੀਂ, ਤ੍ਰਿਸ਼ਨਾ ਦੇ ਵਿੱਚ ਡੁੱਬਿਆ ਬੰਦਾ 36 ਪ੍ਰਕਾਰ ਦੇ ਭੋਜਨ ਵੀ ਖਾ ਲਵੇ, ਖਾਣ ਦੇ ਚਸਕੇ ਤੋਂ ਫਿਰ ਵੀ ਉਹ ਰੱਜਦਾ ਨਹੀਂ। ਮੁਹਾਵਤ ਕੁੰਡੇ ਦੇ ਜ਼ਰੀਏ ਹਾਥੀ ਨੂੰ ਕਾਬੂ ਕਰਦਾ ਹੈ, ਗੁਰੂ ਗਿਆਨ ਦੇ ਜ਼ਰੀਏ ਇਸ ਮਨ ਨੂੰ ਕਾਬੂ ਕਰੇਗਾ। कई सज्जन ना किरत करते नहीं, घरे वेले बैठे रहते ने, ते कोई समझावे भरावा तू भी अपने माता पिता नूं कुछ कमा के दे दे, ते अक्सर पंक्ति वरत लेंदे ने काहे रे मन चित वै उद्दम। याद रहे गुरु ने सानू आलसी नहीं बनाया, ये पंक्ति किवें समझनी है। शागिर्दे नानक चैनल नूं सबसक्राइब करो ਅਤੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸਤਨਾਮ श्री वाहिगुरु साहिब जियो। हम अवगुण भरे एक गुण नाही, अमृत छाड़ बिखै बिख खाई। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास पाठ कीरत की, गुर रामदास राखो शरनाई। एक अरदास पाठ कीरत की, गुर रामदास राखो शरनाई। सतनाम श्री वाहिगुरु साहिब जियो। गौड़ी महला नावा, साधो एह मन गह्यो ना जाई। चंचल तृष्णा संग बसत है, जाते थिर ना रहाई। साधो एह मन गह्यो ना जाई, चंचल तृष्णा संग बसत है, जाते थिर ना रहाई। रहाओ कठन क्रोध कट ही के पीतर, जह सुध सब बिसराई। रतन ज्ञान सबको हिर लीना, तां कश ना बसाई। जोगी जतन करत सब हारे, गुनी रहे गुण गाई। जन नानक हर पए दयाला, तो सब बिद बनियाई। जोगी जतन करत सब हारे, गुनी रहे गुण गाई। जन नानक हर पए दयाला, तो सब बिद बनियाई। वाहिगुरु जी का खालसा, वाहिगुरु जी की फतेह। वाहिगुरु साहिब जियो। डंडौत बंदन अनक बार, सर्ब कला समरथ। डोलन ते रखो प्रभु, नानक दे कर हथ। डोलन ते रखो प्रभु, नानक दे कर हथ। तेग बहादुर सिमरिया, घर नौ निद आवे धाए। सब थाई होए सहाय, सब थाई होए सहाय।
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਵਾਂ ਜਾਮਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਕਰਦੇ ਹਾਂ। ਅੱਜ ਜਿਸ ਬਚਨ ਦੀ ਆਪਾਂ ਵਿਚਾਰ ਕਰਨੀ ਹੈ, ਇਸ ਬਚਨ ਦੇ ਵਿੱਚ ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਸਤਿਗੁਰੂ ਜੀ ਨੇ ਇਸ ਮਨ ਦਾ ਜ਼ਿਕਰ ਕੀਤਾ ਹੈ ਕਿ ਇਹ ਵਸ ਦੇ ਵਿੱਚ ਨਹੀਂ ਆਉਂਦਾ। ਵਸ ਵਿੱਚ ਕਿਉਂ ਨਹੀਂ ਆਉਂਦਾ? ਕਿਉਂਕਿ ਚੰਚਲ ਤ੍ਰਿਸ਼ਨਾ ਇਹਦੇ ਨਾਲ ਵਸਦੀ ਹੈ। ਚੰਚਲ ਤ੍ਰਿਸ਼ਨਾ ਇਹਨੂੰ ਟਿਕਣ ਨਹੀਂ ਦਿੰਦੀ। ਸੋ ਅੱਜ ਦੀ ਵਿਚਾਰ ਦੇ ਵਿੱਚ ਆਪਾਂ ਇਹ ਸਮਝਣਾ ਹੈ ਵੀ ਮਨ ਟਿਕਾ ਦੇ ਵਿੱਚ ਆਉਂਦਾ ਨਹੀਂ, ਕਾਰਨ ਤ੍ਰਿਸ਼ਨਾ ਹੈ। ਤੇ ਫਿਰ ਇਸ ਚੀਜ਼ ਦਾ ਹੱਲ ਕੀ ਹੈ, ਇਸ ਮੁਸ਼ਕਲ ਦਾ ਹੱਲ ਕੀ ਹੈ, ਇਸ ਵਿਸ਼ੇ ਦੀ ਅੱਜ ਆਪਾਂ ਵਿਚਾਰ ਕਰਨੀ ਹੈ। ਆਓ ਜਿੰਨੇ ਵੀ ਆਪਾਂ ਜੁੜ ਬੈਠੇ ਹਾਂ, ਸਤਿਗੁਰਾਂ ਦੀ ਬਖਸ਼ੀ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਬਚਨ ਦੇ ਵਿੱਚ ਜੋ ਸਤਿਗੁਰੂ ਜੀ ਨੇ ਸਾਨੂੰ ਫਰਮਾਨ ਕੀਤਾ ਹੈ, ਮਹਾਰਾਜ ਕਹਿੰਦੇ ਸਾਧੋ ਇਹੋ ਮਨ ਗਹਿਓ ਨਾ ਜਾਈ। ਇਹ ਸਾਧਨਾ ਕਰਨ ਵਾਲਿਓ, ਇਹ ਗੱਲ ਸਮਝ ਲਓ ਵੀ ਇਹ ਮਨ ਜਿਹੜਾ ਇਹ ਫੜਿਆ ਨਹੀਂ ਜਾ ਸਕਦਾ, ਗਹਿਓ ਨਾ ਜਾਈ, ਇਹਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ। ਹੁਣ ਇਸ ਮਨ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ। ਕੀ ਕਾਰਨ? ਕਾਰਨ ਇਹ ਹੈ ਕਿ ਧਰਮ ਦੀ ਜਿੰਨੀ ਵੀ ਸਾਧਨਾ ਹੈ ਨਾ ਸਾਧ ਸੰਗਤ, ਧਰਮ ਦੇ ਵਿੱਚ ਜਿਹੜਾ ਸਾਨੂੰ ਮਨੋਰਥ ਮਿਲਿਆ ਹੈ, ਇਹ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਵੀ ਜੇ ਸਾਡਾ ਮਨ ਟਿਕਾਓ ਦੇ ਵਿੱਚ ਆਵੇਗਾ। ਅਸੀਂ ਨਿਤਨੇਮ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਮਨ ਦਾ ਟਿਕਾਓ ਵਿੱਚ ਆਉਣਾ ਜ਼ਰੂਰੀ ਹੈ। ਕਿਉਂਕਿ ਜੇ ਮਨ ਟਿਕਾਓ ਵਿੱਚ ਨਹੀਂ, ਨਿਤਨੇਮ ਕਰਦੇ ਹਾਂ, ਮਨ ਕਿਤੇ ਹੋਰ ਭਟਕ ਰਿਹਾ ਤਾਂ ਅਸੀਂ ਉਸ ਗੁਰਬਾਣੀ ਦੇ ਕਈ ਜਿਹੜੇ ਗੁਣ ਨੇ, ਕਈ ਉਸ ਗੁਰਬਾਣੀ ਦੇ ਉਪਕਾਰ ਨੇ, ਉਹਦੇ ਤੋਂ ਵਾਂਝੇ ਰਹਿ ਜਾਂਦੇ ਹਾਂ। ਲਾਹਾ ਤਾਂ ਮਿਲਦਾ ਹੈ, ਭਾਵੇਂ ਜ਼ੁਬਾਨ ਕਰਕੇ ਵੀ ਕਰਦੇ ਹਾਂ, ਪਰ ਜੇ ਮਨ ਦਾ ਟਿਕਾਓ ਆਏਗਾ ਤਾਂ ਹੀ ਉਸ ਗੁਰਬਾਣੀ ਪੜ੍ਹਨ ਦਾ ਪੂਰਨ ਫਾਇਦਾ ਹੋਵੇਗਾ। ਇਸ ਕਰਕੇ ਧਰਮ ਦੀ ਦੁਨੀਆ ਦੇ ਵਿੱਚ ਮਨ ਇੱਕ ਬਹੁਤ ਜ਼ਰੂਰੀ ਵਿਸ਼ਾ ਹੈ ਸਾਧ ਸੰਗਤ। ਮਨ ਦਾ ਟਿਕਾਓ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਪਰ ਸਤਿਗੁਰੂ ਜੀ ਕਹਿੰਦੇ ਵੀ ਦੁਨੀਆ ਦੀ ਸਭ ਤੋਂ ਵੱਡੀ ਮੁਸ਼ਕਲ ਹੀ ਇਹ ਹੈ ਕਿ ਮਨ ਟਿਕਦਾ ਹੀ ਨਹੀਂ। ਇੱਥੇ ਤਾਂ ਵੱਡੇ ਵੱਡੇ ਬੰਦੇ ਮਨ ਕਰਕੇ ਹਾਰ ਜਾਂਦੇ ਨੇ। ਮਹਾਰਾਜ ਕਹਿੰਦੇ ਇਸ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਦੀ ਤਾਂ ਭੀੜ ਲੱਭ ਜੂਗੀ ਜਿਹੜੇ ਲੋਕਾਂ ਨੇ ਕੋਈ ਇਲਾਕਾ, ਕੋਈ ਦੇਸ਼ ਜਾਂ ਕੋਈ ਧਰਤੀ ਦਾ ਖਿੱਤਾ ਜਿੱਤਿਆ ਹੈ। ਧਰਤੀ ਨੂੰ ਜਿੱਤਣ ਵਾਲੇ ਵੀ ਬਹੁਤ ਹੋਣਗੇ, ਪਰ ਮਹਾਰਾਜ ਕਹਿੰਦੇ ਵੱਡੇ ਵੱਡੇ ਇਲਾਕਿਆਂ ਨੂੰ ਜਿੱਤਣ ਵਾਲੇ ਰਾਜੇ ਵੀ ਇਸ ਮਨ ਤੋਂ ਹਾਰੇ ਹੁੰਦੇ ਨੇ। ਇਸ ਦੁਨੀਆ ਦੇ ਵਿੱਚ ਦੁਨੀਆ ਨੂੰ ਜਿੱਤਣ ਵਾਲਿਆਂ ਦੀ ਤਾਂ ਭੀੜ ਲੱਭ ਸਕਦੀ ਏ, ਪਰ ਮਨ ਨੂੰ ਜਿੱਤਣ ਵਾਲੇ ਕੋਈ ਵਿਰਲੇ ਹੀ ਹੁੰਦੇ ਨੇ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਕੀਤਾ ਹੈ, ਮਨ ਜੀਤੈ ਜਗ ਜੀਤ। ਅਸਲ ਦੇ ਵਿੱਚ ਦੁਨੀਆ ਨੂੰ ਉਹੀ ਜਿੱਤਦਾ ਜਿਹਨੇ ਮਨ ਨੂੰ ਜਿੱਤਿਆ ਹੈ। ਤੇ ਜਿਹੜਾ ਬੰਦਾ ਮਨ ਕਰਕੇ ਹਾਰਿਆ ਹੈ, ਮਹਾਰਾਜ ਕਹਿੰਦੇ ਉਹ ਭਾਵੇਂ ਦੁਨੀਆ ਨੂੰ ਵੀ ਕਿਉਂ ਨਾ ਜਿੱਤ ਲਵੇ, ਦੁਨੀਆ ਨੂੰ ਜਿੱਤਣ ਵਾਲਾ ਜੇ ਮਨ ਕਰਕੇ ਹਾਰ ਗਿਆ ਹੈ, ਧਰਮ ਦੀ ਦੁਨੀਆ ਦੇ ਵਿੱਚ ਉਹਨੂੰ ਉਨੀ ਰਿਸਪੈਕਟ ਨਹੀਂ ਦਿੱਤੀ ਗਈ ਜਿੰਨੀ ਰਿਸਪੈਕਟ ਉਸ ਮਹਾਂਪੁਰਖ ਨੂੰ ਦਿੱਤੀ ਗਈ ਹੈ ਜਿਸ ਮਹਾਂਪੁਰਖ ਨੇ ਆਪਣਾ ਮਨ ਜਿੱਤ ਲਿਆ। ਤੁਸੀਂ ਦੇਖ ਲਓ ਗੁਰਬਾਣੀ ਦੇ ਵਿੱਚ ਉਹਨਾਂ ਰਾਜਿਆਂ ਦਾ ਜ਼ਿਕਰ ਨਹੀਂ ਜਿਹੜੇ ਰਾਜੇ ਕਬੀਰ ਸਾਹਿਬ ਜਾਂ ਬਾਬਾ ਨਾਮਦੇਵ ਦੇ ਸਮੇਂ ਹੋਏ ਨੇ, ਕੋਈ ਜ਼ਿਕਰ ਨਹੀਂ ਮਿਲਦਾ। ਭਗਤ ਰਵਿਦਾਸ ਜੀ ਦੇ ਸਮੇਂ ਜਿਹੜੇ ਰਾਜੇ ਹੋਏ ਉਹਨਾਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਮਿਲਦਾ, ਪਰ ਭਗਤ ਜੀ ਹੋਣਾ ਦਾ ਜ਼ਿਕਰ ਥਾਂ ਥਾਂ ਤੇ ਮਿਲਦਾ ਹੈ। ਭਗਤ ਕਬੀਰ ਜੀ ਵਰਗਿਆਂ ਨੂੰ, ਬਾਬਾ ਫਰੀਦ ਸਾਹਿਬ ਵਰਗਿਆਂ ਨੂੰ ਯਾਦ ਕਰਕੇ ਅੱਜ ਸਾਡਾ ਸਿਰ ਝੁਕਦਾ ਹੈ। ਪਰ ਉਸ ਵਕਤ ਜਿਹੜੇ ਤਖਤਾਂ ਤੇ ਬੈਠੇ ਸਨ, ਨਾ ਤਾਂ ਉਹਨਾਂ ਨੂੰ ਕੋਈ ਚੇਤੇ ਕਰ ਰਿਹਾ ਤੇ ਨਾ ਹੀ ਬਹੁਤਿਆਂ ਨੂੰ ਉਹਨਾਂ ਦੇ ਨਾਮ ਵੀ ਪਤਾ ਹੈ। ਕਿਉਂ? ਕਿਉਂਕਿ ਉਹ ਭਾਵੇਂ ਇਲਾਕਿਆਂ ਦੇ ਜੇਤੂ ਤਾਂ ਸਨ, ਪਰ ਮਨ ਕਰਕੇ ਹਾਰੇ ਸਨ।
ਤੇ ਧਰਮ ਦੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੀ ਨਜ਼ਰ ਦੇ ਵਿੱਚ ਉਹ ਲੋਕ ਕੋਈ ਬਹੁਤੇ ਵੱਡੇ ਨਹੀਂ ਜਿਨ੍ਹਾਂ ਨੇ ਦੁਨੀਆ ਜਿੱਤ ਲਈ, ਤੇ ਉਹ ਲੋਕ ਸਭ ਤੋਂ ਵੱਡੇ ਨੇ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ। ਤੇ ਮਹਾਰਾਜ ਕਹਿੰਦੇ ਇੱਥੇ ਦੁਨੀਆ ਨੂੰ ਜਿੱਤਣ ਵਾਲੇ ਮਨ ਕਰਕੇ ਹਾਰੇ ਹੁੰਦੇ ਨੇ। ਜਿਹੜੇ ਤਖਤਾਂ ਤੇ ਬੈਠ ਕੇ ਦੁਨੀਆ ਨੂੰ ਹੁਕਮ ਚਲਾਉਂਦੇ ਨੇ ਉਹ ਆਪ ਮਨ ਦੇ ਹੁਕਮ ਵਿੱਚ ਚੱਲ ਰਹੇ ਹੁੰਦੇ ਨੇ, ਮਨ ਦੇ ਹੁਕਮ ਦੇ ਅਧੀਨ ਹੁੰਦੇ ਨੇ। ਤਾਂ ਮਹਾਰਾਜ ਕਹਿੰਦੇ ਇੱਥੇ ਬੜੇ ਵੱਡੇ ਵੱਡੇ ਲੋਕ ਉਹ ਵੀ ਇਸ ਮਨ ਤੋਂ ਹਾਰੇ ਪਏ ਨੇ, ਕਿਉਂਕਿ ਇਹ ਮਨ ਟਿਕਾ ਦੇ ਵਿੱਚ ਨਹੀਂ ਆਉਂਦਾ। ਸਾਧੋ ਇਹ ਮਨ ਗਹਿਓ ਨਾ ਜਾਏ। ਗੁਰਬਾਣੀ ਦੇ ਵਿੱਚ ਇਸ ਮਨ ਦੀ ਤੁਲਨਾ ਬੜੀਆਂ ਉਹਨਾਂ ਚੰਚਲ ਚੀਜ਼ਾਂ ਨਾਲ ਕੀਤੀ ਹੈ ਜਿਹੜੀਆਂ ਚੰਚਲ ਚੀਜ਼ਾਂ ਟਿਕਾ 'ਚ ਨਹੀਂ ਆਉਂਦੀਆਂ। ਜਿਵੇਂ ਗੁਰਬਾਣੀ ਦੇ ਵਿੱਚ ਇੱਕ ਥਾਂ ਬਚਨ ਆਉਂਦਾ ਹੈ, ਮਹਾਰਾਜ ਜੀ ਕਹਿੰਦੇ ਨੇ, ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ, ਬਾਰੰਬਾਰ ਪਰਮਾਈ। ਮਹਾਰਾਜ ਕਹਿੰਦੇ ਕਾਇਆ ਨਗਰ, ਇਸ ਸਰੀਰ ਨਗਰ ਦੇ ਵਿੱਚ ਇੱਕ ਬਾਲਕ ਵਸਦਾ ਹੈ, ਜਿਸ ਬਾਲਕ ਦਾ ਨਾਮ ਹੈ ਮਨ। ਤੇ ਇਹ ਬਾਲਕ ਇੰਨਾ ਚੰਚਲ ਹੈ ਵੀ ਟਿਕਾ ਦੇ ਵਿੱਚ ਆਉਂਦਾ ਹੀ ਨਹੀਂ। ਤੁਸੀਂ ਦੇਖ ਲਓ ਕੋਈ ਬੱਚਾ ਸ਼ਰਾਰਤੀ ਹੋਵੇ ਨਾ ਜੀ, ਉਹ ਜਿੱਥੇ ਵੀ ਬੈਠਾ ਹੋਵੇ ਉਹਨੇ ਟਿਕਾ ਦੇ ਵਿੱਚ ਨਹੀਂ ਆਉਣਾ। ਜੇ ਆਪਣੇ ਸਕੂਲ ਕਲਾਸ ਦੇ ਵਿੱਚ ਬੈਠਾ ਹੈ, ਕੋਈ ਨਾ ਕੋਈ ਸ਼ਰਾਰਤ ਕਰੀ ਜਾਵੇਗਾ, ਕੋਈ ਨਾ ਕੋਈ ਹਰਕਤ ਕਰੀ ਜਾਵੇਗਾ। ਟੀਚਰ ਪੜ੍ਹਾ ਰਿਹਾ ਹੈ, ਸ਼ਰਾਰਤੀ ਬੱਚਾ ਕਦੀ ਕਿਸੇ ਦੇ ਚੁੰਡੀ ਵੱਢ ਦੇਗਾ, ਕਦੀ ਕੋਈ ਸ਼ਰਾਰਤ ਕਰ ਦੇਵੇਗਾ, ਕਦੀ ਕੁਝ ਕਰ ਦੇਵੇਗਾ, ਕਿਉਂਕਿ ਸ਼ਰਾਰਤੀ ਬੱਚਾ ਟੇਕ ਹੀ ਨਹੀਂ ਸਕਦਾ। ਇਹ ਨਹੀਂ ਕਲਾਸ ਦੇ ਵਿੱਚ ਹੀ, ਘਰੇ ਵੀ ਹੋਵੇ ਕੋਈ ਕਿਸੇ ਚੀਜ਼ ਨੂੰ ਤੋੜ ਦੇਗਾ, ਕੋਈ ਫੜ ਕੇ ਕੋਈ ਚੀਜ਼ ਉਹਨੂੰ ਵਿਗਾੜ ਦੇਗਾ, ਕਦੀ ਕਿਸੇ ਨਾਲ ਲੜ ਕੇ ਆ ਜਾਵੇਗਾ, ਕਦੀ ਕੀ ਕੁਝ ਕਰ ਲਵੇਗਾ। ਸ਼ਰਾਰਤੀ ਬੱਚਾ ਘਰ ਵਿੱਚ ਵੀ ਨਹੀਂ ਟਿਕਦਾ, ਘਰੋਂ ਬਾਹਰ ਨਿਕਲ ਜੇ ਉੱਥੇ ਵੀ ਨਹੀਂ ਟਿਕਦਾ। ਤੇ ਸਤਿਗੁਰੂ ਜੀ ਕਹਿੰਦੇ ਜਿਵੇਂ ਇੱਕ ਸ਼ਰਾਰਤੀ ਬੱਚੇ ਨੂੰ ਟਿਕਾ ਨਹੀਂ ਹੁੰਦਾ, ਇਹ ਮਨ ਵੀ ਇੱਕ ਸ਼ਰਾਰਤੀ ਬੱਚਾ ਹੈ। ਜਿੰਨੇ ਮਰਜ਼ੀ ਯਤਨ ਕਰ ਲਵੋ, ਇਹ ਮਨ ਸ਼ਰਾਰਤੀ ਬੱਚਾ ਵੀ ਟਿਕਾ ਦੇ ਵਿੱਚ ਨਹੀਂ ਆਉਂਦਾ। ਸਤਿਗੁਰੂ ਜੀ ਦਾ ਫਰਮਾਨ ਹੈ, ਕਾਇਆ ਨਗਰ ਇੱਕ ਬਾਲਕ ਵਸਿਆ, ਇਸ ਸਰੀਰ ਨਗਰ ਦੇ ਵਿੱਚ ਇੱਕ ਬਾਲਕ ਵਸਦਾ, ਖਿਨ ਪਲ ਥਿਰ ਨਾ ਰਹਾਈ। ਇੱਕ ਖਿਨ ਇੱਕ ਪਲ ਵੀ ਇਹ ਟਿਕਾ 'ਚ ਨਹੀਂ ਆਉਂਦਾ, ਥਿਰ ਨਹੀਂ ਰਹਿੰਦਾ। ਅਨਕ ਉਪਾਵ ਜਤਨ ਕਰ ਥਾਕੇ, ਵੱਡੇ ਵੱਡੇ ਲੋਕ ਬੜੇ ਉਪਾਅ ਬੜੇ ਯਤਨ ਕਰਕੇ ਥੱਕ ਗਏ। ਮਹਾਰਾਜ ਕਹਿੰਦੇ ਅਨਕ ਉਪਾਵ ਜਤਨ ਕਰ ਥਾਕੇ, ਬਾਰੰਬਾਰ ਭਰਮਾਈ, ਇਹ ਵਾਰ-ਵਾਰ ਭਟਕਦਾ ਹੀ ਰਹਿੰਦਾ ਹੈ। ਇੱਥੇ ਸਤਿਗੁਰੂ ਜੀ ਨੇ ਇੱਕ ਸ਼ਰਾਰਤੀ ਬੱਚੇ ਦੇ ਨਾਲ ਤੁਲਨਾ ਕੀਤੀ। ਹੋਰ ਗੁਰਬਾਣੀ ਦਾ ਪਾਠ ਕਰੋ, ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਆ, ਉੱਥੇ ਕਬੀਰ ਸਾਹਿਬ ਨੇ ਮਨ ਦੀ ਤੁਲਨਾ ਇੱਕ ਪੰਛੀ ਨਾਲ ਕੀਤੀ ਹੈ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਕਬੀਰ ਜੀ ਕਹਿੰਦੇ ਇਹ ਮਨ ਇੱਕ ਪੰਛੀ ਦੀ ਨਿਆਈ ਹੈ। ਤੁਸੀਂ ਪੰਛੀ ਨੂੰ ਦੇਖ ਲਓ ਸਾਧ ਸੰਗਤ, ਜਿੱਥੇ ਪੰਛੀ ਇੱਕ ਵਕਤ ਬੈਠਾ ਹੈ, ਦੂਜੇ ਹੀ ਵਕਤ ਦੇਖੋ ਉਹ ਪੰਛੀ ਉੱਥੇ ਨਹੀਂ ਬੈਠਾ ਹੁੰਦਾ, ਕਿਤੇ ਹੋਰ ਜਾ ਬੈਠਾ ਹੁੰਦਾ ਹੈ। ਪੰਛੀ ਇੱਕ ਥਾਂ ਤੇ ਟਿਕਦਾ ਨਹੀਂ। ਤੇ ਮਹਾਰਾਜ ਕਹਿੰਦੇ ਨੇ ਵੀ ਉਹ 10 ਦਿਸ਼ਾਵਾਂ 'ਚ ਹੀ ਭਟਕਦਾ ਹੈ, ਕਦੀ ਇੱਧਰ ਉੱਡ ਗਿਆ, ਕਦੀ ਉੱਧਰ ਉੱਡ ਗਿਆ। ਕਬੀਰ ਸਾਹਿਬ ਕਹਿ ਰਹੇ ਨੇ ਵੀ ਜਿਵੇਂ ਪੰਛੀ ਇੱਕ ਥਾਂ ਤੇ ਟਿਕਦਾ ਨਹੀਂ, ਇਹ ਮਨ ਵੀ ਪੰਛੀ ਦੀ ਤਰ੍ਹਾਂ ਹੈ। ਜਿੰਨੇ ਮਰਜ਼ੀ ਯਤਨ ਕਰ ਲਵੋ, ਇਹ ਮਨ ਵੀ ਕਿਤੇ ਇੱਕ ਥਾਂ ਤੇ ਟਿਕਦਾ ਨਹੀਂ ਹੈ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੋ ਇੱਥੇ ਮਨ ਦੀ ਤੁਲਨਾ ਜਿਹੜੀ ਹੈ ਪੰਛੀ ਦੇ ਨਾਲ ਕੀਤੀ ਗਈ ਹੈ। ਤੋ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਮਨ ਹੈ ਇਹ ਟਿਕਾ ਦੇ ਵਿੱਚ ਨਹੀਂ ਆਉਂਦਾ। ਤੁਸੀਂ ਦੇਖੋ ਹਰ ਪਲ ਇਹਦੀ ਅਵਸਥਾ ਬਦਲਦੀ ਹੈ। ਇੱਕ ਥਾਂ ਮਹਾਰਾਜ ਨੇ ਬਚਨ ਕੀਤਾ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਬਸੇ ਪਿਆਲੇ। ਜੇ ਮਾਇਆ ਆ ਗਈ ਤੇ ਇਹ ਮਨ ਬੜਾ ਐਕਸਾਈਟਡ ਹੋ ਜਾਂਦਾ ਹੈ, ਮਾਇਆ ਚਲੀ ਗਈ ਤੇ ਮਨ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ। ਆਪਣੀ ਧੀ ਹੋਵੇ ਤੇ ਮਨ ਦੀ ਅਵਸਥਾ ਹੋਰ ਹੁੰਦੀ ਏ, ਪਰਾਇਆ ਤਨ ਹੋਵੇ ਤੇ ਮਨ ਦੀ ਅਵਸਥਾ ਕੁਝ ਹੋਰ ਹੁੰਦੀ ਏ। ਆਪਣਾ ਹੋਵੇ ਤੇ ਮਨ ਦੇ ਵਿੱਚ ਉਹਦੇ ਪ੍ਰਤੀ ਪਿਆਰ ਭਰੇ ਫੁਰਨੇ ਆਉਂਦੇ ਨੇ, ਬਗਾਨਾ ਹੋਵੇ ਤੇ ਮਨ ਦੇ ਵਿੱਚ ਉਹਦੇ ਪ੍ਰਤੀ ਨਫ਼ਰਤ ਭਰੇ ਫੁਰਨੇ ਆਉਂਦੇ ਨੇ। ਨਾ ਮਨ ਇੱਕ ਥਾਂ ਤੇ ਟਿਕਦਾ ਹੈ ਤੇ ਨਾ ਹੀ ਮਨ ਦੀ ਅਵਸਥਾ ਇਹਦੀ ਸਟੇਜ ਇੱਕ ਰਹਿੰਦੀ ਏ। ਖਿਨ ਖਿਨ ਬਦਲਦਾ ਹੈ, ਪਲ ਪਲ ਬਦਲਦਾ ਹੈ। ਤੋ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਤੇ ਇੱਕ ਥਾਂ ਤੇ ਸਤਿਗੁਰੂ ਜੀ ਨੇ ਇਹ ਵੀ ਬਚਨ ਕਰ ਦਿੱਤਾ। ਮਹਾਰਾਜ ਕਹਿੰਦੇ ਤੁਸੀਂ ਦੇਖ ਲਵੋ ਕਿ ਇਹ ਮਨ ਜਿਹੜਾ ਹੈ ਨਾ ਜੀ, ਇਹ ਸਾਡੇ ਸਾਰੇ ਸਰੀਰ ਤੇ ਹੁਕਮ ਚਲਾਉਂਦਾ ਹੈ। ਮਨ ਇਸ ਸਰੀਰ ਦਾ ਰਾਜਾ ਹੈ, ਰਾਜਾ ਬਾਲਕ ਕਾਚੀ ਨਗਰੀ। ਮਹਾਰਾਜ ਕਹਿੰਦੇ ਇਹ ਕੱਚੀ ਨਗਰੀ, ਕੱਚੇ ਮਿੱਟੀ ਦਾ ਬਣਿਆ ਹੋਇਆ ਸਰੀਰ ਹੈ ਤੇ ਇਹਦਾ ਰਾਜਾ ਇਹ ਮਨ ਹੈ। ਤੇ ਜੋ ਮਨ ਹੁਕਮ ਕਰਦਾ ਉਹੀ ਇਹ ਸਰੀਰ ਕਰਦਾ ਹੈ। ਇਹਨੂੰ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤ ਕੇ ਕਿਹਾ, ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ,
ਕੰਨੀ ਸੁਣਦਾ ਸੁਰਤ ਕਰ ਆਖਾਨ ਵਖਾਣਾ, ਜੀਭੇ ਅੰਦਰ ਬੋਲਦਾ ਬਹੁ ਸਾਧ ਲੁਭਾਣਾ, ਹੱਥੀ ਕਿਰਤ ਕਮਾਵਦਾ ਪਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ। ਇਸ ਸਰੀਰ ਦੇ ਵਿੱਚ ਇੱਕ ਮਨ, ਦੇਹੀ ਅੰਦਰ ਇੱਕ ਮਨ, ਇੰਦਰੀ ਪਰਵਾਣਾ। ਸਾਰੀਆਂ ਇੰਦਰੀਆਂ ਨੇ ਇਸ ਇੱਕ ਮਨ ਦਾ ਹੁਕਮ ਕਬੂਲ ਲਿਆ। ਅੱਖੀ ਅੰਦਰ ਵੇਖਦਾ, ਇਹਨਾਂ ਅੱਖਾਂ ਦੇ ਵਿੱਚੋਂ ਮਨ ਦੇਖ ਰਿਹਾ। ਜੋ ਮਨ ਹੁਕਮ ਕਰਦਾ ਹੈ ਅੱਖਾਂ ਉਹੀ ਦੇਖਦੀਆਂ ਨੇ। ਮਨ ਆਏ ਪਲ ਪਰਾਇਆ ਤਨ ਦੇਖਣ ਦਾ ਹੁਕਮ ਕਰਦਾ ਹੈ ਤੇ ਇਹ ਅੱਖਾਂ ਪਰਾਏ ਤਨ ਵੱਲ ਚਲੀਆਂ ਜਾਂਦੀਆਂ ਨੇ। ਮਨ ਹੁਕਮ ਕਰਦਾ ਨਿੰਦਿਆ ਸੁਣਨ ਲਈ, ਇਹ ਕੰਨ ਨਿੰਦਿਆ ਸੁਣਨ ਲੱਗ ਜਾਂਦੇ ਨੇ। ਮਨ ਹੁਕਮ ਕਰਦਾ ਹੈ ਗਾਲਾਂ ਕੱਢਣ ਲਈ, ਜ਼ੁਬਾਨ ਗਾਲ ਕੱਢਣ ਲੱਗ ਪੈਂਦੀ ਹੈ। ਮਨ ਹੁਕਮ ਕਰਦਾ ਹੈ ਚੋਰੀ ਕਰਨ ਲਈ, ਇਹ ਹੱਥ ਪਰਾਇਆ ਧਨ ਚੁਰਾਉਣ ਲੱਗ ਪੈਂਦੇ ਨੇ। ਮਨ ਹੁਕਮ ਕਰਦਾ ਹੈ ਗਲਤ ਪਾਸੇ ਚੱਲਣ ਲਈ, ਇਹ ਪੈਰ ਗਲਤ ਪਾਸੇ ਚੱਲਣ ਲੱਗ ਪੈਂਦੇ ਨੇ। ਤੋ ਇਹ ਮਨ ਇੱਕ ਐਸਾ ਹੈ ਜਿਹੜਾ ਪੂਰੇ ਸਰੀਰ ਤੇ ਰਾਜ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਤਰਾਸ ਦੀ ਗੱਲ ਇਹ ਕਿ ਜਿਹੜਾ ਰਾਜਾ ਹੈ ਉਹ ਆਪ ਹੀ ਇੰਨਾ ਚੰਚਲ ਹੈ, ਤੇ ਜੇ ਮਨ ਨਹੀਂ ਟਿਕਿਆ ਇਸ ਤਨ ਨੇ ਕਿੱਥੇ ਟਿਕਣਾ ਹੈ। ਜਿਹਦਾ ਰਾਜਾ ਹੀ ਇੰਨਾ ਕਰਪਟ ਹੋਵੇ ਨਾ ਜੀ, ਫਿਰ ਜਿਹੜੇ ਉਹਦੇ ਹੁਕਮ ਥੱਲੇ ਚੱਲਦੇ ਨੇ ਉਹਨਾਂ ਦਾ ਕੀ ਹਾਲ ਹੋਵੇਗਾ। ਸਾਡੇ ਸਰੀਰ ਦਾ ਕੀ ਹਾਲ ਹੋਵੇਗਾ ਜੇ ਮਨ ਹੀ ਸਾਡਾ ਇੰਨਾ ਕਰਪਟ ਹੈ, ਮਨ ਹੀ ਇੰਨਾ ਵਕਾਰੀ ਹੈ, ਮਨ ਹੀ ਇੰਨਾ ਟਿਕਾਓ ਦੇ ਵਿੱਚ ਨਹੀਂ ਆ ਰਿਹਾ। ਅੱਖਾਂ ਵਿਚਾਰੀਆਂ ਨੇ ਤਾਂ ਫਿਰ ਪਰਾਏ ਤਨ ਦੇਖਣੇ ਹੀ ਨੇ ਨਾ, ਕਿਉਂਕਿ ਅੱਖਾਂ ਤਾਂ ਮਨ ਦਾ ਹੀ ਹੁਕਮ ਕਬੂਲ ਰਹੀਆਂ ਨੇ, ਜ਼ੁਬਾਨ ਤਾਂ ਮਨ ਦਾ ਹੀ ਹੁਕਮ ਕਬੂਲ ਰਹੀ ਹੈ। ਤੋ ਧਰਮ ਦੀ ਦੁਨੀਆ ਦੇ ਵਿੱਚ ਜ਼ਿਆਦਾ ਫੋਕਸ ਮਨ ਤੇ ਕੀਤਾ ਗਿਆ ਹੈ, ਕਿਉਂਕਿ ਜੇ ਰਾਜਾ ਹੀ ਵਸ ਵਿੱਚ ਆ ਗਿਆ ਨਾ, ਪ੍ਰਜਾ ਤਾਂ ਆਪੇ ਹੀ ਉਵੇਂ ਹੋ ਜਾਂਦੀ ਹੈ। ਜਿਹੜੇ ਦੇਸ਼ ਦਾ ਰਾਜਾ ਜਿਹੋ ਜਿਹਾ ਹੋਵੇਗਾ ਨਾ ਜੀ, ਤੇ ਜਿਹੋ ਜਿਹੇ ਉਹ ਹੁਕਮ ਕਰੇਗਾ ਪ੍ਰਜਾ ਨੇ ਉਹੋ ਜਿਹਾ ਹੀ ਬਣ ਜਾਣਾ ਹੈ। ਤੋ ਜੇ ਇਸ ਮਨ ਨੂੰ ਹੀ ਸੁਧਾਰ ਲਿਆ ਗਿਆ ਤੇ ਮਹਾਰਾਜ ਕਹਿੰਦੇ ਤਨ ਨੇ ਵੀ ਸੁਧਰ ਜਾਣਾ ਹੈ। ਇਸ ਕਰਕੇ ਧਰਮ ਦੀ ਦੁਨੀਆ ਵਿੱਚ ਬਹੁਤਾ ਜ਼ੋਰ ਮਨ ਤੇ ਦਿੱਤਾ ਗਿਆ ਹੈ। ਪਰ ਮਹਾਰਾਜ ਕਹਿੰਦੇ ਦੁੱਖ ਦੀ ਗੱਲ ਇਹ ਕਿ ਇਹ ਮਨ ਟਿਕਣ ਦੇ ਵਿੱਚ ਹੀ ਨਹੀਂ ਆਉਂਦਾ। ਸਾਧੋ ਇਹ ਮਨ ਗਹਿਓ ਨਾ ਜਾਈ, ਇਹ ਮਨ ਵਸ ਵਿੱਚ ਹੀ ਨਹੀਂ ਆ ਰਿਹਾ। ਤੇ ਫਿਰ ਕਿਉਂ ਨਹੀਂ ਆ ਰਿਹਾ, ਕਾਰਨ ਕੀ ਹੈ? ਜੇ ਕਾਰਨ ਪਤਾ ਲੱਗੇਗਾ ਫੇਰ ਹੀ ਇਹਦਾ ਟਿਕਾ ਕਰਾਂਗੇ ਨਾ, ਫੇਰ ਹੀ ਇਹਦਾ ਹੱਲ ਲੱਭਾਂਗੇ। ਮਨ ਨੂੰ ਵਸ 'ਚ ਤਾਂ ਕਰਾਂਗੇ ਜੇ ਇਹਦੇ ਭੜਕਣ ਦਾ ਕਾਰਨ ਲੱਭੇ। ਤੋ ਸਤਿਗੁਰੂ ਜੀ ਨੇ ਇੱਥੇ ਇੱਕ ਕਾਰਨ ਦੱਸਿਆ। ਮਹਾਰਾਜ ਕਹਿੰਦੇ ਨੇ ਸਾਧੋ ਇਹੋ ਮਨ ਗਹਿਓ ਨਾ ਜਾਈ। ਜਿਵੇਂ ਇੱਕ ਹੋਰ ਥਾਂ ਇਹ ਬਚਨ ਆਉਂਦਾ ਹੈ ਨਾ, ਰਾਜਾ ਬਾਲਕ ਕਾਚੀ ਨਗਰੀ ਦੁਸ਼ਟਾਂ ਨਾਲ ਪਿਆਰੋ। ਮਹਾਰਾਜ ਕਹਿੰਦੇ ਇਹ ਜਿਹੜਾ ਬਾਲਕ ਰਾਜਾ ਹੈ ਨਾ, ਇਹਦਾ ਪਿਆਰ ਦੁਸ਼ਟਾਂ ਨਾਲ ਪੈ ਗਿਆ ਹੈ। ਇਹਦੇ ਜਿਹੜੇ ਸਲਾਹਕਾਰ ਨੇ, ਜਿਹੜੇ ਇਹਦੇ ਮਿੱਤਰ ਨੇ, ਉਹ ਬੜੇ ਦੁਸ਼ਟ ਨੇ। ਤੇ ਇਹ ਦੁਸ਼ਟ ਮਿੱਤਰ ਇਸ ਰਾਜੇ ਮਨ ਨੂੰ ਟਿਕਣ ਨਹੀਂ ਦਿੰਦੇ, ਟਿਕਣ ਹੀ ਨਹੀਂ ਦਿੰਦੇ। ਤੁਸੀਂ ਦੇਖ ਲਓ, ਕਾਮ ਇਹਦਾ ਦੁਸ਼ਟ ਮਿੱਤਰ ਬਣਿਆ ਹੈ ਤੇ ਕਾਮ ਫਿਰ ਇਸ ਮਨ ਨੂੰ ਟਿਕਣ ਹੀ ਨਹੀਂ ਦਿੰਦਾ। ਇਹਦੇ 'ਚ ਪਰਾਏ ਤਨ ਦੇ ਫੁਰਨੇ ਆਉਂਦੇ ਰਹਿਣਗੇ। ਕ੍ਰੋਧ ਇਹਦਾ ਮਿੱਤਰ ਬਣਿਆ ਹੋਇਆ ਤੇ ਮਨ ਦੇ ਵਿੱਚ ਨਫ਼ਰਤ ਭਰੇ ਫੁਰਨੇ ਆਉਂਦੇ ਰਹਿਣਗੇ। ਲਾਲਚ ਇਹਦਾ ਮਿੱਤਰ ਬਣਿਆ ਹੋਇਆ ਹੈ ਤੇ ਮਹਾਰਾਜ ਕਹਿੰਦੇ ਫਿਰ ਇਹਦੇ ਅੰਦਰ ਲੋਭ ਦੇ ਫੁਰਨੇ ਆਉਂਦੇ ਰਹਿਣਗੇ। ਤਰਾਸ ਦੀ ਗੱਲ ਇਹ ਆ ਕਿ ਇਸ ਮਨ ਦੇ ਜਿਹੜੇ ਮਿੱਤਰ ਨੇ ਉਹ ਦੁਸ਼ਟ ਨੇ। ਇਸ ਮਨ ਨੂੰ ਉਹਨਾਂ ਨਾਲ ਪਿਆਰ ਪੈ ਗਿਆ ਜਿਹੜੇ ਦੁਸ਼ਟ ਨੇ, ਤੇ ਇਹ ਦੁਸ਼ਟ ਮਿੱਤਰ ਹੀ ਕਾਰਨ ਹਨ ਕਿ ਇਹ ਮਨ ਟਿਕਦਾ ਨਹੀਂ ਪਿਆ। ਕਿਉਂਕਿ ਇੱਥੇ ਅੱਜ ਸਤਿਗੁਰੂ ਜੀ ਨੇ ਜਿਹੜੇ ਦੁਸ਼ਟ ਮਿੱਤਰ ਦੀ ਗੱਲ ਕੀਤੀ ਆ ਉਹ ਹੈ ਚੰਚਲ ਤ੍ਰਿਸ਼ਨਾ। ਮਹਾਰਾਜ ਬਚਨ ਕਰ ਰਹੇ ਨੇ ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਇਹ ਮਨ ਇਸ ਕਰਕੇ ਨਹੀਂ ਟਿਕਦਾ ਪਿਆ ਕਿਉਂਕਿ ਚੰਚਲ ਤ੍ਰਿਸ਼ਨਾ ਇਹਦੇ ਨਾਲ ਵਸਦੀ ਹੈ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, या ते थिर ना रहाई। ये है कारण मन दे ना टिकण दा। इस करके नहीं टिकदा पिया मन। क्यों नहीं टिकदा पिया? क्योंकि चंचल तृष्णा इहदे नाल वसदी पई है। तुसी देख लो जिन्ना मन भटकदा पिया है ना, इहदा कारण तृष्णा ही आ। असी पाठ करदे पए आ मान लो, ते सानू एक पासे ये भी तृष्णा लगी है भी मैनू फलाने बंदे दी जमीन चाहिदी आ। वो जिहड़े 2 किले फलाने बंदे दे थल्ले ने ना, ਜਿਹੜੇ 2 ਕਿੱਲਿਆਂ ਤੇ फलाने बंदे ਦੀ रजिस्ट्री आ, मैनू वो चाहिदी आ, भावें मेरे कोल 100 किले भी ने। हुण इह तृष्णा है ते पाठ करदिआं भी मन उधर ही भजेगा, यार मैं जमीन किवें खरीदां। इहनू तृष्णा है कि मैं पराए तन नूं हासिल करना है, ते पाठ करदिआं जां चंगा काम करदिआं भी मन उधर ही भजेगा। इहदे अंदर तृष्णा है कि मैं फलाना खाना अज खाना ही खाना है। हुण तृष्णा है ना, बड़ियां चीज़ां दी तृष्णा है। तृष्णा कोई एक चीज़ दी नहीं हुंदी, तृष्णा केवल पैसे दी नहीं हुंदी। साध संगत धन दी तृष्णा हो सकती है,
ਪਰਾਏ ਤਨ ਦੀ ਤ੍ਰਿਸ਼ਨਾ ਹੋ ਸਕਦੀ ਏ, ਦੇਖਣ ਦੀ ਤ੍ਰਿਸ਼ਨਾ ਹੋ ਸਕਦੀ ਏ, ਸੁਣਨ ਦੀ ਤ੍ਰਿਸ਼ਨਾ ਹੋ ਸਕਦੀ ਏ, ਬੋਲਣ ਦੀ ਤ੍ਰਿਸ਼ਨਾ ਹੋ ਸਕਦੀ ਹੈ। ਤੇ ਅੱਜ ਜਿਹੜੀ ਨੌਜਵਾਨੀ ਸਭ ਤੋਂ ਵੱਧ ਜਿਹੜੀ ਤ੍ਰਿਸ਼ਨਾ 'ਚ ਗ੍ਰਸੀ ਹੋਈ ਹੈ ਨਾ, ਉਹ ਹੈ ਦੇਖਣ ਦੀ ਤ੍ਰਿਸ਼ਨਾ। ਤੁਸੀਂ ਦੇਖ ਲਓ ਕਿਸੇ ਨੌਜਵਾਨ ਨੂੰ, ਮੈਂ ਨੌਜਵਾਨ ਵੀ ਨਹੀਂ ਕਹਿੰਦਾ, ਕੋਈ ਵੀ ਹੋਵੇ, ਅੱਜ ਤਾਂ ਬਜ਼ੁਰਗਾਂ ਦਾ ਵੀ ਇਹ ਹਾਲ ਹੋ ਗਿਆ। ਕੋਈ ਵੀ ਬੰਦਾ ਹੋਵੇ, ਤੁਸੀਂ ਦੇਖ ਲਓ ਹੱਥ 'ਚ ਮੋਬਾਈਲ ਪਕੜਿਆ ਤੇ ਲਗਾਤਾਰ ਕੁਝ ਨਾ ਕੁਝ ਦੇਖਦੇ ਰਹਿਣਗੇ। ਤੁਸੀਂ ਦੇਖੋ ਕਦੀ ਫੇਸਬੁੱਕ ਤੇ ਕਿਸੇ ਦੀ ਪੋਸਟ ਦੇਖਣ ਲੱਗ ਗਏ, ਕਦੀ ਮਿੰਟ ਬਾਅਦ WhatsApp ਚੈੱਕ ਕਰਨਗੇ ਵੀ ਕਿਸੇ ਦਾ ਮੈਸੇਜ ਤਾਂ ਨਹੀਂ ਆ ਗਿਆ, ਫਲਾਣੇ ਬੰਦੇ ਨੇ ਅੱਜ ਸਟੇਟਸ ਕੀ ਪਾਤਾ, ਟਿਕਟੌਕ ਤੇ ਫਲਾਣੇ ਬੰਦੇ ਨੇ ਅੱਜ ਕਿਹੋ ਜੀ ਪੋਸਟ ਪਾ ਦਿੱਤੀ। ਹੋਰ ਪਤਾ ਨਹੀਂ ਕਿੰਨੇ ਇੱਥੇ ਅੱਜ ਇੰਨੇ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਬਣ ਚੁੱਕੇ ਨੇ, ਬਹੁਤਿਆਂ ਦੇ ਤਾਂ ਸਾਨੂੰ ਪਤਾ ਹੀ ਨਹੀਂ ਜਿੰਨਾ ਇਹ ਨੌਜਵਾਨੀ ਜਾਣਦੀ ਆ। ਦੇਖਣ ਦੀ ਤ੍ਰਿਸ਼ਨਾ ਦੇਖੋ ਕਿੰਨੀ ਆ। ਬੰਦੇ ਦਾ ਜ਼ਿਆਦਾਤਰ ਦਿਨ ਬਸ ਦੇਖਣ 'ਚ ਹੀ ਲੰਘ ਰਿਹਾ। ਕਦੀ ਕੁਝ ਦੇਖ ਲਿਆ, ਕਦੀ ਫਿਲਮਾਂ ਦੇਖ ਲੀਆਂ, ਕਦੀ ਕੁਝ ਲੱਚਰ ਦੇਖ ਲਿਆ, ਕਦੀ ਕਿਸੇ ਦੀ ਪੋਸਟ ਪੜ੍ਹ ਲਈ। ਮੈਂ ਨਹੀਂ ਕਹਿੰਦਾ ਵੀ ਇਹਨਾਂ ਸੋਸ਼ਲ ਮੀਡੀਆ ਨੂੰ ਯੂਜ਼ ਨਹੀਂ ਕਰਨਾ ਚਾਹੀਦਾ, ਯੂਜ਼ ਕਰੀਏ, ਪਰ ਭਲੇ ਕੰਮ ਲਈ ਕਰੀਏ, ਚੰਗਾ ਸ਼ੇਅਰ ਕਰੀਏ, ਚੰਗਾ ਪੜ੍ਹੀਏ। ਕੋਈ ਹੁਣ ਤੁਸੀਂ ਦੇਖੋ ਅੱਜ ਕੱਲ੍ਹ ਕਿੰਨਾ ਕੀਰਤਨ ਵੀ ਸੋਸ਼ਲ ਮੀਡੀਆ ਤੇ ਅਪਲੋਡ ਹੋ ਰਿਹਾ ਹੈ, ਕਥਾ ਅਪਲੋਡ ਹੋ ਰਹੀ ਹੈ, ਪਰ ਬੰਦਾ ਓਨਾ ਸਮਾਂ ਕਥਾ ਕੀਰਤਨ ਸੁਣਨ ਵਿੱਚ ਬਤੀਤ ਨਹੀਂ ਕਰਦਾ ਜਿੰਨਾ ਕੁਝ ਗਲਤ ਦੇਖਣ ਤੇ ਬਤੀਤ ਕਰਦਾ, ਕਿਉਂਕਿ ਗਲਤ ਦੇਖਣ ਦੀ ਤ੍ਰਿਸ਼ਨਾ ਇਹਦੇ ਅੰਦਰ ਆ ਗਈ ਹੈ। ਤੇ ਮਹਾਰਾਜ ਕਹਿੰਦੇ ਇਹ ਨਾ ਸੋਚਿਓ ਵੀ ਇਹ ਤ੍ਰਿਸ਼ਨਾ ਕਿਸੇ ਇੱਕ ਵਰਗ ਤੇ ਹੀ ਆਈ ਹੈ। ਸਤਿਗੁਰੂ ਜੀ ਦਾ ਤਾਂ ਫਰਮਾਨ ਹੈ, ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਹਾਰਾਜ ਕਹਿੰਦੇ ਕੀ ਜਵਾਨ ਤੇ ਕੀ ਬੁੱਢਾ, ਇਸ ਤ੍ਰਿਸ਼ਨਾ ਦੀ ਅੱਗ ਨੇ ਤਾਂ ਹਰ ਕਿਸੇ ਨੂੰ ਸਾੜ ਦਿੱਤਾ। ਤੇ ਮਹਾਰਾਜ ਨੇ ਇੱਕ ਥਾਂ ਤੇ ਇਹ ਵੀ ਬਚਨ ਵਰਤ ਦਿੱਤਾ, ਇੱਥੇ ਦੁਨੀਆ ਦੇ ਵਿੱਚ ਕੋਈ ਵਿਰਲਾ ਹੀ ਹੁੰਦਾ ਜਿਹੜਾ ਇਸ ਤ੍ਰਿਸ਼ਨਾ ਤੋਂ ਬਚਿਆ ਹੈ, ਨਹੀਂ ਤੇ ਜ਼ਿਆਦਾਤਰ ਦੁਨੀਆ ਇਸ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਹੈ। ਕਿਸੇ ਨੂੰ ਦੇਖਣ ਦੀ ਤ੍ਰਿਸ਼ਨਾ, ਕਿਸੇ ਨੂੰ ਨਿੰਦਿਆ ਸੁਣਨ ਦੀ ਤ੍ਰਿਸ਼ਨਾ, ਕਿਸੇ ਨੂੰ ਗੱਲਾਂ ਬੋਲ ਕੇ ਚਸਕੇ ਲੈਣ ਦੀ ਤ੍ਰਿਸ਼ਨਾ, ਕਿਸੇ ਨੂੰ ਖਾਣ ਦੀ ਤ੍ਰਿਸ਼ਨਾ, ਕਦੀ ਕੀ ਖਾ ਲਿਆ, ਕਦੀ ਕੁਝ ਲੈ ਆਂਦਾ ਚਟਪਟਾ, ਤੋ ਕਿਸੇ ਨੂੰ ਖਾਣ ਦੀ ਤ੍ਰਿਸ਼ਨਾ ਹੁੰਦੀ ਏ, ਕਿਸੇ ਨੂੰ ਧਨ ਇਕੱਠਾ ਕਰਨ ਦੀ ਤ੍ਰਿਸ਼ਨਾ ਹੁੰਦੀ ਏ, ਕਿਸੇ ਨੂੰ ਸੋਭਾ ਲੈਣ ਦੀ ਤ੍ਰਿਸ਼ਨਾ ਹੁੰਦੀ ਏ। ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਕੋਈ ਵਿਰਲਾ ਹੀ ਹੁੰਦਾ ਜਿਹਦੀ ਇਹ ਤ੍ਰਿਸ਼ਨਾ ਬੁਝ ਗਈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਹੁਣ ਦੇਖੋ ਥੋੜਾ ਜਿਹਾ ਮੈਂ ਤ੍ਰਿਸ਼ਨਾ ਤੇ ਤਾਂ ਜ਼ਿਕਰ ਕਰ ਰਿਹਾ ਕਿਉਂਕਿ ਮਹਾਰਾਜ ਨੇ ਰਹਾਉ ਦੀ ਤੁਕ ਵਿੱਚ ਬਖਸ਼ਿਸ਼ ਕੀਤੀ ਹੈ ਕਿ ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਮਨ ਨਹੀਂ ਟਿਕਦਾ, ਕਾਰਨ ਤ੍ਰਿਸ਼ਨਾ ਹੈ। ਇਸ ਕਰਕੇ ਇਸ ਤ੍ਰਿਸ਼ਨਾ ਨੂੰ ਕਾਬੂ ਪਾਉਣਾ ਬਹੁਤ ਜ਼ਰੂਰੀ ਆ ਜੇ ਮਨ ਨੂੰ ਕਾਬੂ ਪਾਉਣਾ। ਤੇ ਤ੍ਰਿਸ਼ਨਾ ਦੇ ਬਾਰੇ ਸਮਝ ਤਾਂ ਲੱਗੇ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਹੀ ਕੋ ਲੁਜੀ ਹੈ। ਮਹਾਰਾਜ ਕਹਿੰਦੇ ਇਹ ਕਰੋੜਾਂ ਰੁਪਏ ਵੀ ਜੋੜ ਲਵੇ ਤਾਂ ਵੀ ਇਹਦੀ ਤ੍ਰਿਸ਼ਨਾ ਨਹੀਂ ਮੁੱਕਦੀ, ਤਾਂ ਵੀ ਨਹੀਂ ਇਹਦਾ ਅੰਦਰ ਤ੍ਰਿਪਤ ਹੁੰਦਾ। ਕਰੋੜਾਂ ਧਨ ਦੌਲਤ ਦਾ ਮਾਲਕ, ਕਰੋੜਾਂ ਰੁਪਏ ਦੀ ਪ੍ਰਾਪਰਟੀ ਦੇ ਮਾਲਕ ਦੇ ਅੰਦਰ ਵੀ ਇਹ ਤ੍ਰਿਸ਼ਨਾ ਹੁੰਦੀ ਹੈ ਵੀ ਮੈਂ ਹਜੇ ਹੋਰ ਧਨ ਇਕੱਠਾ ਕਰਨਾ, ਕਿਉਂਕਿ ਕੋਈ ਵਿਰਲਾ ਹੀ ਹੁੰਦਾ ਜਿਹਦੀ ਤ੍ਰਿਸ਼ਨਾ ਬੁਝੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਹੀ ਕੋ ਲੁਜੀ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸੁਝੀ ਹੈ। ਇਹਦੇ ਕੋਲ ਸੋਹਣੀ ਇਸਤਰੀ ਵੀ ਹੋਵੇ, ਉਹਦੇ ਨਾਲ ਲਾਡ ਪਿਆਰ ਵੀ ਜਤਾਉਂਦਾ ਹੋਵੇ, ਪਰ ਮਹਾਰਾਜ ਕਹਿੰਦੇ ਇਹ ਫਿਰ ਵੀ ਨਹੀਂ ਰੱਜਦਾ। ਜਿਹਦੇ ਕੋਲ ਆਪਣੀ ਇਸਤਰੀ ਵੀ ਹੋਵੇ ਉਹਦੀਆਂ ਵੀ ਅੱਖਾਂ ਪਰਾਏ ਤਨ ਤੇ ਜ਼ਰੂਰ ਜਾਂਦੀਆਂ ਨੇ, ਬਹੁਤਿਆਂ ਦੀਆਂ। ਕੋਈ ਵਿਰਲਾ ਹੀ ਹੁੰਦਾ ਜਿਹੜਾ ਇਸ ਚੀਜ਼ ਤੋਂ ਬਚਿਆ। ਮਹਾਰਾਜ ਕਹਿੰਦੇ ਇਹ ਭੁਲੇਖਾ ਨਾ ਪਾਲ ਲਿਓ ਕਿ ਜਿਹਦੇ ਕੋਲ ਇਸਤਰੀ ਹੈ ਉਹ ਪਰਾਇਆ ਤਨ ਨਹੀਂ ਦੇਖਦਾ ਹੋਵੇਗਾ। ਮਹਾਰਾਜ ਕਹਿੰਦੇ ਸੁੰਦਰ ਨਾਰੀ ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸੁਝੀ ਹੈ। ਇਹਨੂੰ ਕੋਈ ਚੰਗੇ ਮੰਦੇ ਦੀ ਖਬਰ ਨਹੀਂ, ਬਸ ਗਲਤ ਕਰੀ ਜਾਂਦਾ ਹੈ। ਅਨਕ ਬੰਧਨ ਮਾਇਆ ਭਰਮਤ ਪਰਮਾਇਆ, ਗੁਣ ਨਿਧ ਨਹੀਂ ਗਾਇਆ, ਮਨ ਵਿਖੇ ਹੀ ਮੈਂ ਲੁਜੀ ਹੈ। ਇਹਦਾ ਮਨ ਤਾਂ ਮਾਇਆ ਦੀ ਤ੍ਰਿਸ਼ਨਾ ਵਿੱਚ ਡੁੱਬਿਆ ਰਹਿੰਦਾ ਹੈ, ਵਾਸ਼ਨਾ ਦੇ ਵਿੱਚ ਡੁੱਬਿਆ ਰਹਿੰਦਾ ਹੈ, ਇਹਦੇ ਅੰਦਰ ਨੂੰ ਤ੍ਰਿਪਤੀ ਨਹੀਂ ਆਉਂਦੀ। ਇੱਥੇ ਕੰਗਾਲ ਹੋਵੇ ਉਹ ਵੀ ਤ੍ਰਿਸ਼ਨਾ ਦੇ ਵਿੱਚ ਡੁੱਬਿਆ ਪਿਆ, ਇੱਥੇ ਬੜਾ ਧਨਵਾਨ ਹੋਵੇ ਉਹ ਵੀ ਤ੍ਰਿਸ਼ਨਾ ਵਿੱਚ ਡੁੱਬਿਆ ਪਿਆ ਹੈ। ਕਿਉਂਕਿ ਇਹ ਨਾ ਸੋਚ ਬੈਠੇ ਹੋ ਕਿ ਜਿੰਨੇ ਬੜਾ ਧਨ ਇਕੱਠਾ ਕਰ ਲਿਆ ਉਹ ਧਨ ਪਦਾਰਥਾਂ ਨਾਲ ਰੱਜ ਜਾਏਗਾ। ਹਾਲਾਂਕਿ ਇੱਥੇ ਬੜੇ ਫਿਲਾਸਫਰ ਹੋਏ ਜਿਹੜੇ ਇਹ ਫਿਲਾਸਫੀ ਦਿੰਦੇ ਰਹੇ ਵੀ ਜਿਹੜੀ ਚੀਜ਼ ਦੀ ਤ੍ਰਿਸ਼ਨਾ ਹੈ ਉਹਨੂੰ ਹਾਸਲ ਕਰ ਲਓ ਤੁਸੀਂ ਰੱਜ ਜਾਓਗੇ, ਪਰ ਗੁਰਬਾਣੀ ਨੇ ਇਸ ਗੱਲ ਨੂੰ ਨਹੀਂ ਮੰਨਿਆ। ਮਹਾਰਾਜ ਕਹਿੰਦੇ ਜੇ ਬੰਦੇ ਨੂੰ ਪਦਾਰਥਾਂ ਦੀ ਤ੍ਰਿਸ਼ਨਾ ਹੈ ਨਾ, ਬੰਦਾ ਪਦਾਰਥ ਇਕੱਠੇ ਕਰਕੇ ਵੀ ਪਦਾਰਥਾਂ ਤੋਂ ਰੱਜ ਨਹੀਂ ਸਕਦਾ।
ਗੁਰੂ ਸਾਹਿਬ ਜੀ ਦਾ ਇੱਕ ਥਾਂ ਤੇ ਬਚਨ ਆਉਂਦਾ ਹੈ ਜੀ, ਮਹਾਰਾਜ ਕਹਿੰਦੇ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਦਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਉਦਾਹਰਨ ਲਈ ਮਹਾਰਾਜ ਨੇ ਅੱਗ ਤੇ ਬਾਲਣ ਦੀ। ਮਹਾਰਾਜ ਕਹਿੰਦੇ ਦੇਖੋ ਅੱਗ ਦੀ ਭੁੱਖ ਕੀ ਹੈ, ਅੱਗ ਦੀ ਭੁੱਖ ਬਾਲਣ ਹੀ ਆ ਨਾ, ਤੇ ਜੋ ਅੱਗ ਦੀ ਭੁੱਖ ਹੈ ਉਹਨੂੰ ਦੇ ਦਿਓ। ਅੱਗ ਦੀ ਭੁੱਖ ਬਾਲਣ, ਇਹਨੂੰ ਬਾਲਣ ਦੇ ਦਿਓ, ਬਾਲਣ ਪਾ ਦਿਓ ਅੱਗ 'ਚ। ਤੇ ਜੇ ਬਾਲਣ ਅੱਗ ਵਿੱਚ ਪਾ ਦਿੱਤਾ ਜਾਵੇ ਕੀ ਅੱਗ ਸ਼ਾਂਤ ਹੋ ਜਾਂਦੀ ਆ? ਸਗੋਂ ਹੋਰ ਵੱਧ ਜਾਂਦੀ ਆ। ਜਿੰਨਾ ਮਰਜੀ ਬਾਲਣ ਪਾਈ ਜਾਓ ਅੱਗ ਨੇ ਵੱਧਦੇ ਜਾਣਾ ਹੈ। ਮਹਾਰਾਜ ਕਹਿੰਦੇ ਜਿੰਨੇ ਮਰਜੀ ਪਦਾਰਥ ਇਕੱਠੇ ਕਰੀ ਜਾਓ ਤ੍ਰਿਸ਼ਨਾ ਵੱਧਦੀ ਜਾਵੇਗੀ, ਘਟੇਗੀ ਨਹੀਂ, ਕਿਉਂਕਿ ਪਦਾਰਥਾਂ ਦੇ ਨਾਲ ਤ੍ਰਿਸ਼ਨਾ ਮੁੱਕ ਹੀ ਨਹੀਂ ਸਕਦੀ, ਪਦਾਰਥਾਂ ਦੇ ਨਾਲ ਬੰਦਾ ਰੱਜ ਹੀ ਨਹੀਂ ਸਕਦਾ। ਤਾਂ ਹੀ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਾਰੇ ਸੰਸਾਰ ਦੇ ਪਦਾਰਥ ਆਪਣੇ ਲੱਕ ਨਾਲ ਬੰਨ ਲੈ। ਮਹਾਰਾਜ ਕਹਿੰਦੇ ਤੇਰੀ ਭੁੱਖ ਫਿਰ ਵੀ ਨਹੀਂ ਮੁੱਕਣੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਦਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਫਿਰ ਮਹਾਰਾਜ ਇਹਨੂੰ ਹੀ ਵਿਸਥਾਰ ਨਾਲ ਦੱਸਦੇ ਨੇ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜੇ ਅਰ ਭੂਮਨ, ਤਾਕੀ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਮਹਾਰਾਜ ਕਹਿੰਦੇ ਇਹ ਵੱਡੇ ਵੱਡੇ ਰਾਜੇ ਜਿਨ੍ਹਾਂ ਨੇ ਬੜੇ ਇਲਾਕਿਆਂ ਨੂੰ ਜਿੱਤ ਕੇ ਉਹਨਾਂ ਲੋਕਾਂ ਤੇ ਹੁਕਮ ਚਲਾ ਰਹੇ ਨੇ, ਤੇ ਇੱਥੇ ਬੜੇ ਵੱਡੇ ਵੱਡੇ ਜ਼ਿਮੀਂਦਾਰ ਵੀ ਹੋਣਗੇ। ਤੇ ਮਹਾਰਾਜ ਕਹਿੰਦੇ ਇਹ ਨਾ ਸੋਚ ਲਿਓ ਜਿਹੜਾ ਤਖਤਾਂ ਤੇ ਬੈਠ ਗਿਆ, ਰਾਜਾ ਬਣ ਗਿਆ, ਪਦਾਰਥਾਂ ਦਾ ਮਾਲਕ ਬਣ ਗਿਆ, ਉਹ ਰੱਜ ਗਿਆ ਹੋਵੇਗਾ। ਮਹਾਰਾਜ ਕਹਿੰਦੇ ਇੱਥੇ ਤਾਂ ਵੱਡੇ ਵੱਡੇ ਰਾਜੇ ਵੀ ਅੰਦਰੋਂ ਤ੍ਰਿਸ਼ਨਾ ਦੇ ਵਿੱਚ ਸੜਦੇ ਪਏ ਨੇ। ਇੱਕ ਇਲਾਕੇ ਜਿੱਤਣ ਵਾਲਾ ਸੋਚਦਾ ਮੈਂ ਦੂਜਾ ਇਲਾਕਾ ਵੀ ਜਿੱਤਣਾ, ਇੱਕ ਸਟੇਟ ਨੂੰ ਜਿੱਤਣ ਵਾਲਾ ਕਹਿੰਦਾ ਮੈਂ ਪੂਰੇ ਕੇਂਦਰ ਤੇ ਰਾਜ ਕਰਨਾ ਹੈ, ਪੂਰੇ ਕੇਂਦਰ ਤੇ ਰਾਜ ਕਰਨ ਵਾਲਾ ਕਹਿੰਦਾ ਮੈਂ ਦੂਜੇ ਦੇਸ਼ ਦੀ ਜ਼ਮੀਨ ਵੀ ਹੜਪਣੀ ਆ, ਦੂਜੇ ਦੇਸ਼ ਨੂੰ ਵੀ ਜਿੱਤ ਲੈਣ ਵਾਲਾ ਕਹਿੰਦਾ ਮੈਂ ਪੂਰੀ ਧਰਤੀ ਤੇ ਰਾਜ ਕਰਨਾ ਹੈ, ਧਰਤੀ ਤੇ ਰਾਜ ਕਰਨ ਵਾਲਾ ਵੀ ਕਹਿੰਦਾ ਮੈਂ ਹੁਣ ਚੰਦਰਮਾ ਤੇ ਜਾ ਕੇ ਵੀ ਰਾਜ ਕਰਨਾ ਹੈ। ਚੰਦਰਮਾ ਤੇ ਪਹੁੰਚ ਚੁੱਕੇ ਹੋ ਫਿਰ ਹੋਰ ਪਲੈਨਟਸ ਲੱਭਦੇ ਨੇ। ਬੰਦਾ ਜਿੱਡੇ ਮਰਜ਼ੀ ਰਾਜਾ ਬਣ ਜਾਵੇ ਇਹ ਰੱਜਦਾ ਨਹੀਂ ਆਪਣੇ ਰਾਜ ਭਾਗ ਤੋਂ, ਕਿਉਂਕਿ ਮਹਾਰਾਜ ਕਹਿੰਦੇ ਪਦਾਰਥਾਂ ਦੇ ਨਾਲ ਰੱਜਿਆ ਹੀ ਨਹੀਂ ਜਾ ਸਕਦਾ। ਹੁਣ ਜ਼ਿਮੀਂਦਾਰ ਕਿਸੇ ਕੋਲ ਬੜੀ ਜ਼ਿਆਦਾ ਜ਼ਮੀਨ ਹੋਵੇ, ਕੋਈ 100 ਕਿੱਲਿਆਂ 100 ਏਕੜ ਦਾ ਵੀ ਮਾਲਕ ਹੋਵੇ ਨਾ, ਉਹ ਵੀ ਉਹਦੇ ਮਨ ਵਿੱਚ ਵੀ ਇਹੀ ਚੱਲਦਾ ਰਹਿੰਦਾ ਵੀ ਫਲਾਣੇ ਬੰਦੇ ਦੇ 2 ਕਿੱਲੇ ਵੀ ਮੇਰੇ ਥੱਲੇ ਆ ਜਾਣੇ ਚਾਹੀਦੇ ਫੇਰ ਗੱਲ ਬਣੂ। ਤੇ ਉਹ ਆ ਵੀ ਜਾਣ ਫਿਰ ਉਹਦੀ ਅੱਖ ਕਿਸੇ ਹੋਰ ਦੀ ਜ਼ਮੀਨ ਤੇ ਹੋ ਜਾਂਦੀ ਹੈ। ਨਾ ਬੰਦਾ ਜ਼ਮੀਨਾਂ ਤੋਂ ਰੱਜਿਆ, ਨਾ ਰਾਜਾ ਬਣ ਕੇ ਰੱਜਿਆ, ਨਾ ਪਦਾਰਥ ਇਕੱਠੇ ਕਰਕੇ ਰੱਜਿਆ ਹੈ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜੇ ਅਰ ਭੂਮਨ, ਤਾਂ ਕਿ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਦਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕੀ ਮਿਟੈ ਨਾ ਭੂਖਾ, ਉਦਮ ਕਰੇ ਸੁਆਨ ਕੀ ਨਿਆਈ, ਚਾਰੇ ਕੁੰਟਾਂ ਭੁੱਖਾ। ਮਹਾਰਾਜ ਕਹਿੰਦੇ ਇਹਦੇ ਕੋਲ 36 ਪ੍ਰਕਾਰ ਦੇ ਭੋਜਨ ਹੋਣ, ਰੋਜ਼ ਸਵਾਦਲੇ ਭੋਜਨ ਖਾਂਦਾ ਹੋਵੇ, ਪਰ ਬੰਦਾ ਫਿਰ ਵੀ ਅਨੇਕਾਂ ਪ੍ਰਕਾਰ ਦੇ ਸਵਾਦਲੇ ਭੋਜਨਾਂ ਤੋਂ ਵੀ ਨਹੀਂ ਰੱਜਦਾ। ਅਨੇਕਾਂ ਪ੍ਰਕਾਰ ਦੇ ਭੋਜਨ ਖਾ ਕੇ ਵੀ ਕਹਿੰਦਾ ਕੱਲ ਨੂੰ ਮੈਨੂੰ ਹੋਰ ਸਵਾਦਿਸ਼ਟ ਭੋਜਨ ਚਾਹੀਦਾ। ਤੇ ਮਹਾਰਾਜ ਕਹਿੰਦੇ ਇਹ ਇਸ ਤਰ੍ਹਾਂ ਹਲਕਾਇਆ ਫਿਰਦਾ ਹੈ ਜਿਵੇਂ ਇੱਕ ਕੁੱਤਾ ਹਲਕ ਜਾਂਦਾ ਹੈ। ਕੁੱਤੇ ਨੂੰ ਦੇਖ ਲਓ ਸਾਧ ਸੰਗਤ, ਉਹ ਦਰ ਦਰ ਤੇ ਜ਼ੁਬਾਨ ਮਾਰੇਗਾ, ਜਿੰਨੇ ਮਰਜ਼ੀ ਉਹਨੂੰ ਪ੍ਰਸ਼ਾਦੇ ਪਾ ਦਿਓ, ਜਿੰਨੀਆਂ ਮਰਜ਼ੀ ਰੋਟੀਆਂ ਭੋਜਨ ਪਾ ਦਿਓ, ਕੁੱਤਾ ਨਹੀਂ ਰੱਜਦਾ। ਇੱਕ ਘਰੋਂ ਜਿੰਨੀਆਂ ਮਰਜ਼ੀ ਰੋਟੀਆਂ ਮਿਲ ਗਈਆਂ ਉਹਨੇ ਅਗਲੇ ਘਰ ਜਾ ਕੇ ਫਿਰ ਮੂੰਹ ਮਾਰਨਾ ਹੈ। ਮਹਾਰਾਜ ਕਹਿੰਦੇ ਜਿਵੇਂ ਇੱਕ ਕੁੱਤਾ ਥਾਂ ਥਾਂ ਤੇ ਮੂੰਹ ਮਾਰਦਾ ਰਹਿੰਦਾ ਹੈ ਉਹ ਰੱਜਦਾ ਨਹੀਂ। ਤ੍ਰਿਸ਼ਨਾ ਦੇ ਵਿੱਚ ਡੁੱਬਿਆ ਬੰਦਾ 36 ਪ੍ਰਕਾਰ ਦੇ ਭੋਜਨ ਵੀ ਖਾ ਲਵੇ, ਖਾਣ ਦੇ ਚਸਕੇ ਤੋਂ ਫਿਰ ਵੀ ਉਹ ਰੱਜਦਾ ਨਹੀਂ। ਅਗਲੇ ਦਿਨ ਫਿਰ ਕਵੇਗਾ ਮੈਨੂੰ ਹੋਰ ਕੋਈ ਸਵਾਦਿਸ਼ਟ ਭੋਜਨ ਚਾਹੀਦਾ। ਮਹਾਰਾਜ ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੂਖਾ, ਉਦਮ ਕਰੇ ਸੁਆਨ ਕੀ ਨਿਆਈ, ਚਾਰੇ ਕੁੰਟਾਂ ਭੁੱਖਾ। ਤੋ ਸਤਿਗੁਰੂ ਜੀ ਇਹ ਬਚਨ ਕਰਦੇ ਨੇ ਕਿ ਭਾਈ ਪਦਾਰਥਾਂ ਦੇ ਨਾਲ ਬੰਦਾ ਰੱਜ ਨਹੀਂ ਸਕਦਾ। ਜਿੰਨੇ ਮਰਜ਼ੀ ਤੁਸੀਂ ਪਦਾਰਥ ਇਕੱਠੇ ਕਰ ਲਵੋ, ਕਿਉਂਕਿ ਇਹ ਪਦਾਰਥਾਂ ਦੇ ਨਾਲ ਤ੍ਰਿਪਤੀ ਆ ਹੀ ਨਹੀਂ ਸਕਦੀ। ਫਿਰ ਇਹ ਤ੍ਰਿਸ਼ਨਾ ਕਿਵੇਂ ਮੁੱਕੇਗੀ? ਹੁਣ ਇੱਕ ਹੋਰ ਬਚਨ ਆਪਾਂ ਸਤਿਗੁਰੂ ਜੀ ਦਾ ਵਿਚਾਰ ਲਈਏ। ਮਹਾਰਾਜ ਦਾ ਬਚਨ ਹੈ ਆਖਣ ਆਖ ਨਾ ਰੱਜਿਆ। ਹੁਣ ਤੁਸੀਂ ਦੇਖੋ ਰਾਜਿਆਂ ਨੇ ਕਈ ਇਲਾਕੇ ਜਿੱਤ ਲਏ ਉਹ ਤਾਂ ਨਹੀਂ ਰੱਜੇ, ਜ਼ਿਮੀਂਦਾਰ ਨੇ ਕਿੰਨੀ ਜ਼ਮੀਨ ਇਕੱਠੀ ਕਰ ਲਈ ਉਹ ਤਾਂ ਨਹੀਂ ਰੱਜਿਆ, ਖਾਣ ਪੀਣ ਵਾਲੇ ਨੇ ਇੰਨੇ ਖਾਣ ਦੇ ਚਸਕੇ ਮਾਣ ਲਏ ਉਹ ਤਾਂ ਨਹੀਂ ਰੱਜਿਆ, ਕਾਮੀ ਬੰਦਾ ਭਾਵੇਂ ਜਿੰਨੀਆਂ ਮਰਜ਼ੀ ਇਸਤਰੀਆਂ ਭੋਗ ਲਵੇ ਉਹ ਕਾਮ ਤੋਂ ਤਾਂ ਨਹੀਂ ਰੱਜਦਾ। ਤੇ ਮਹਾਰਾਜ ਕਹਿੰਦੇ ਜਿਸ ਬੰਦੇ ਨੂੰ ਬੋਲਣ ਦਾ ਚਸਕਾ ਹੈ ਨਾ, ਉਹ ਜਿੰਨੀਆਂ ਮਰਜ਼ੀ ਗੱਲਾਂ ਕਰ ਲਵੇ ਉਹਨੇ ਵੀ ਨਹੀਂ ਰੱਜਣਾ। ਆਏ ਦਿਨ ਮੋੜਾਂ ਤੇ ਖੜ ਕੇ ਇਹੀ ਚਸਕਾ ਹੋਵੇਗਾ ਵੀ ਯਾਰ ਫਲਾਣਾ ਬੰਦਾ ਆਵੇ ਮੈਂ ਕੋਈ ਆਹ ਗੱਲ ਤਾਂ ਸ਼ੇਅਰ ਕਰ ਜਾ ਉਹਨੂੰ,
ਕਈ ਬੰਦੇ ਇੰਨੇ ਗਾਲੜੀ ਹੁੰਦੇ ਨੇ ਵੀ ਆਪਣਾ ਕੀਮਤੀ ਸਮਾਂ ਵੀ ਛੱਡ ਕੇ ਮੋੜਾਂ ਤੇ ਖੜ ਕੇ ਬਸ ਗੱਲਾਂ 'ਚ ਹੀ ਡੁੱਬਦੇ ਨੇ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਤੇ ਇਹਨਾਂ ਕੰਨਾਂ ਨੇ ਵੀ ਸੁਣ ਸੁਣ ਕੇ ਰੱਜਣਾ ਨਹੀਂ। ਜਿੰਨੇ ਮਰਜ਼ੀ ਲੱਚਰ ਗੀਤ ਸੁਣੀ ਜਾਓ, ਇਹਨਾਂ ਨੇ ਨਹੀਂ ਰੱਜਣਾ, ਅਗਲੇ ਦਿਨ ਹੋਰ ਮੰਗਣਗੇ। ਜਿੰਨੀ ਮਰਜ਼ੀ ਨਿੰਦਿਆ ਸੁਣੀ ਜਾਓ, ਇਹਨਾਂ ਕੰਨਾਂ ਨੇ ਨਹੀਂ ਰੱਜਣਾ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ। ਹੁਣ ਇੱਥੇ ਅੱਖੀਂ ਦੇਖ ਨਾ ਰੱਜੀਆਂ, ਜਿੰਨਾ ਮਰਜ਼ੀ ਦੇਖ ਲਓ, ਜਿੰਨੀਆਂ ਮਰਜ਼ੀ ਪੋਸਟਾਂ ਫੇਸਬੁੱਕ ਤੇ ਆਏ ਦਿਨ ਦੇਖੀ ਜਾਓ, ਇਹਨਾਂ ਅੱਖਾਂ ਨੇ ਨਹੀਂ ਰੱਜਣਾ। ਜਿੰਨੀਆਂ ਮਰਜ਼ੀ ਤੁਸੀਂ ਲੱਚਰ ਫਿਲਮਾਂ ਦੇਖੀ ਜਾਓ, ਇਹਨਾਂ ਅੱਖਾਂ ਨੇ ਤਾਂ ਮੰਗੀ ਜਾਣਾ, ਭਰਾਵਾ ਪਰੋਸੀ ਜਾ, ਮੈਂ ਤਾਂ ਦੇਖੀ ਜਾਣਾ, ਭਾਵੇਂ ਸਾਰਾ ਦਿਨ ਬਿਠਾਈ ਜਾ। ਇਹਨੂੰ ਨੀਂਦ ਭੁੱਲ ਜਾਂਦੀ ਹੈ, ਪਰ ਇਹ ਦੇਖ ਦੇਖ ਰੱਜਦਾ ਨਹੀਂ। ਮਹਾਰਾਜ ਕਹਿੰਦੇ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਮਹਾਰਾਜ ਕਹਿੰਦੇ ਜਿੰਨਾ ਮਰਜੀ ਪਦਾਰਥ ਇਕੱਠਾ ਕਰ ਲਾ, ਇਸ ਤਰ੍ਹਾਂ ਤੇਰੀ ਭੁੱਖ ਮਿਟਣੀ ਨਹੀਂ, ਇਸ ਤਰ੍ਹਾਂ ਤੇਰੀ ਤ੍ਰਿਸ਼ਨਾ ਮੁੱਕਣੀ ਨਹੀਂ। ਫਿਰ ਸਤਿਗੁਰੂ ਆਖਣ ਆਖ ਕੇ ਕੋਈ ਰੱਜਦਾ ਨਹੀਂ, ਆਖ ਆਖ ਕੇ ਕੋਈ ਰੱਜਦਾ ਨਹੀਂ, ਸੁਣ ਸੁਣ ਕੇ ਕੋਈ ਰੱਜਦਾ ਨਹੀਂ, ਪਦਾਰਥ ਇਕੱਠੇ ਕਰਕੇ ਵੀ ਕੋਈ ਰੱਜਦਾ ਨਹੀਂ। ਫਿਰ ਰਹਿਮਤ ਕਰੋ, ਅਸੀਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਪਏ ਆ, ਤੁਸੀਂ ਕੋਈ ਹੀਲਾ ਦੱਸ ਦਿਓ ਵੀ ਅਸੀਂ ਰੱਜਾਂਗੇ ਕਿਵੇਂ, ਇਹ ਤ੍ਰਿਸ਼ਨਾ ਮੁੱਕੇਗੀ ਕਿਵੇਂ। ਸਤਿਗੁਰੂ ਅਸੀਂ ਮਨ ਨੂੰ ਟਿਕਾਉਣਾ ਚਾਹੁੰਦੇ ਆ, ਇਹ ਤ੍ਰਿਸ਼ਨਾ ਟਿਕਣ ਨਹੀਂ ਦਿੰਦੀ, ਤੁਸੀਂ ਦੱਸੋ ਇਸ ਤ੍ਰਿਸ਼ਨਾ ਤੋਂ ਛੁਟਕਾਰਾ ਕਿਵੇਂ ਮਿਲੇ। ਤੇ ਫਿਰ ਸਤਿਗੁਰੂ ਜੀ ਇਸ ਬਚਨ ਦੀ ਆਖਰੀ ਤੁਕ ਵਿੱਚ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਤੇ ਮਹਾਰਾਜ ਕਹਿੰਦੇ ਨਾਨਕ ਭੁੱਖਾ ਤਾਂ ਰੱਜੈ। ਕਿਵੇਂ ਰੱਜਦਾ ਭੁੱਖਾ? ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਉਹਦੇ 'ਚ ਅਭੇਦ ਹੋ ਜਾਏਗਾ ਤਾਂ ਰੱਜੇਗਾ। ਆਖ ਆਖ ਕੇ ਨਹੀਂ ਸੀ ਰੱਜਿਆ, ਸੁਣ ਸੁਣ ਕੇ ਨਹੀਂ ਸੀ ਰੱਜਿਆ, ਬੋਲ ਬੋਲ ਕੇ ਨਹੀਂ ਸੀ ਰੱਜਿਆ, ਦੇਖ ਦੇਖ ਕੇ ਨਹੀਂ ਸੀ ਰੱਜਿਆ, ਪਦਾਰਥ ਇਕੱਠੇ ਕਰਕੇ ਨਹੀਂ ਸੀ ਰੱਜਿਆ, ਖਾ ਖਾ ਕੇ ਨਹੀਂ ਸੀ ਰੱਜਿਆ, ਪਰ ਮਹਾਰਾਜ ਕਹਿੰਦੇ ਉਹਦੇ ਗੁਣ ਗਾ ਗਾ ਕੇ ਜ਼ਰੂਰ ਰੱਜ ਜਾਂਦਾ। ਇਹਨੂੰ ਗੁਰਬਾਣੀ ਦੇ ਵਿੱਚ ਹੋਰ ਥਾਂ ਤੇ ਬਚਨ ਕੀਤਾ ਗਿਆ। ਇੱਕ ਸੁਖਮਨੀ ਸਾਹਿਬ ਦੇ ਵਿੱਚ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਜੇ ਕਰੈ, ਨਹਿ ਤ੍ਰਿਪਤਾਵੈ ਖੱਪ ਖੱਪ ਮਰੈ। ਮਹਾਰਾਜ ਕਹਿੰਦੇ ਇਹਨਾਂ ਅਨੇਕਾਂ ਧਨ ਇਕੱਠਾ ਕਰ ਲਿਆ, ਕਰੋੜਾਂ ਰੁਪਏ ਇਕੱਠੇ ਕਰ ਲਏ, ਅਨੇਕਾਂ ਵਾਸ਼ਨਾਵਾਂ ਭੋਗ ਲਈਆਂ, ਤਾਂ ਨਹੀਂ ਸੀ ਰੱਜਿਆ। ਪਰ ਮਹਾਰਾਜ ਰੱਜੇਗਾ ਕਿਵੇਂ? ਤੇ ਸਤਿਗੁਰੂ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾ ਨਹੀਂ ਕੋਈ ਰੱਜ ਸਕਦਾ। ਪਦਾਰਥਾਂ ਨਾਲ ਨਹੀਂ ਰੱਜੇਗਾ ਬੰਦਾ, ਸੰਤੋਖ ਨਾਲ ਰੱਜੇਗਾ। ਤੇ ਮਹਾਰਾਜ ਸੰਤੋਖ ਕਿਵੇਂ ਆਉਂਦਾ ਹੈ? ਮਹਾਰਾਜ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੈ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ। ਪਰਮਾਤਮਾ ਦੇ ਨਾਮ ਦੇ ਵਿੱਚ ਰਤਿਆਂ ਸੰਤੋਖ ਆਉਂਦਾ ਹੈ ਤੇ ਸੰਤੋਖ ਦੇ ਨਾਲ ਬੰਦਾ ਰੱਜਦਾ ਹੈ। ਤੋ ਹੱਲ ਕੀ ਹੈ ਇਸ ਤ੍ਰਿਸ਼ਨਾ ਦਾ? ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ ਦੇ ਨਾਲ ਹੀ ਬੰਦਾ ਇਸ ਤ੍ਰਿਸ਼ਨਾ ਤੋਂ ਬਚ ਸਕਦਾ ਹੈ, ਰੱਜ ਸਕਦਾ ਹੈ। ਤੋ ਤਾਂ ਹੀ ਮਹਾਰਾਜ ਨੇ ਬਚਨ ਕੀਤਾ ਤ੍ਰਿਸ਼ਨਾ ਬੁਝੈ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੀਤਲ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਬੁਝਦੀ ਹੈ ਪਰਮਾਤਮਾ ਦੇ ਨਾਮ ਨਾਲ। ਤੋ ਤ੍ਰਿਸ਼ਨਾ ਨੂੰ ਖਤਮ ਕਰਨ ਦਾ ਇੱਕੋ ਇੱਕ ਹੱਲ ਹੈ ਕਿ ਸੰਤੋਖ ਆਵੇ। ਤੇ ਸੰਤੋਖ ਤਾਂ ਆ ਸਕਦਾ ਜੇ ਪਰਮਾਤਮਾ ਦੇ ਨਾਮ ਨਾਲ ਜੁੜੀਏ। ਪਰਮਾਤਮਾ ਦੇ ਨਾਮ ਤੋਂ ਬਿਨਾ ਬੰਦਾ ਰੱਜ ਨਹੀਂ ਸਕਦਾ। ਤੋ ਮਹਾਰਾਜ ਕਹਿੰਦੇ ਜੇ ਮਨ ਨੂੰ ਟਿਕਾਉਣਾ ਹੈ, ਤ੍ਰਿਸ਼ਨਾ ਨੂੰ ਖਤਮ ਕਰਨਾ ਪਵੇਗਾ, ਤ੍ਰਿਸ਼ਨਾ ਨੂੰ ਸ਼ਾਂਤ ਕਰਨਾ ਪਵੇਗਾ। ਤ੍ਰਿਸ਼ਨਾ ਸ਼ਾਂਤ ਹੋਵੇਗੀ ਪਰਮਾਤਮਾ ਦੇ ਨਾਮ ਨਾਲ। ਮਹਾਰਾਜ ਦਾ ਬਚਨ ਹੈ ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਤ੍ਰਿਸ਼ਨਾ ਇਸ ਮਨ ਨੂੰ ਟਿਕਣ ਨਹੀਂ ਦਿੰਦੀ। ਅਨੇਕਾਂ ਪ੍ਰਕਾਰ ਦੇ ਮਨ ਦੇ ਵਿੱਚ ਫੁਰਨੇ ਆਉਂਦੇ ਨੇ, ਕਦੀ ਉਹ ਇਕੱਠਾ ਕਰਨ ਦੇ, ਕਦੀ ਪਰਾਏ ਤਨ ਦੇ, ਕਦੀ ਖਾਣ ਪੀਣ ਦੇ ਕਾਰਨ, ਕਿਉਂਕਿ ਇਹਦੇ ਨਾਲ ਤ੍ਰਿਸ਼ਨਾ ਵਸਦੀ ਏ। ਤੇ ਮਹਾਰਾਜ ਕਹਿੰਦੇ ਪਦਾਰਥਾਂ ਦੇ ਨਾਲ ਬੰਦਾ ਰੱਜਦਾ ਨਹੀਂ, ਪਦਾਰਥਾਂ ਦੇ ਨਾਲ ਤ੍ਰਿਸ਼ਨਾ ਮੁੱਕਦੀ ਨਹੀਂ, ਤ੍ਰਿਸ਼ਨਾ ਮੁੱਕਦੀ ਏ ਪਰਮਾਤਮਾ ਦੇ ਨਾਮ ਨਾਲ। ਇਹ ਦੁਸ਼ਟ ਮਿੱਤਰ ਇਸ ਮਨ ਚੰਚਲ ਬਾਲਕ ਨੂੰ ਟਿਕਣ ਨਹੀਂ ਸੀ ਦਿੰਦਾ। ਤਾਂ ਮਹਾਰਾਜ ਕਹਿੰਦੇ ਪਹਿਲਾਂ ਤਾਂ ਉਸ ਦੁਸ਼ਟ ਮਿੱਤਰ ਨਾਲ ਨਿਪਟੋ ਜਿਹੜਾ ਇਸ ਮਨ ਨੂੰ ਟਿਕਣ ਨਹੀਂ ਦਿੰਦਾ। ਤੇ ਉਹਦੇ ਨਾਲ ਕਿਵੇਂ ਨਿਪਟ ਲਿਆ? ਪਰਮਾਤਮਾ ਦੇ ਨਾਮ ਨਾਲ ਜੁੜੀਏ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਾਲ
ਜੁੜੀਏ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਨਾਮ ਅਭਿਆਸ ਨਾਲ ਤੇ ਯਕੀਨਨ ਅਸੀਂ ਇਸ ਤ੍ਰਿਸ਼ਨਾ ਨੂੰ ਕਾਬੂ ਕਰਾਂਗੇ। ਤੋ ਇਹ ਹੈ ਦੁਸ਼ਟ ਮਿੱਤਰ ਨੂੰ ਕਾਬੂ ਕਰਨ ਦਾ ਤਰੀਕਾ। ਫਿਰ ਨਾਲ ਇਸ ਮਨ ਨੂੰ ਵੀ ਕਾਬੂ ਨਾਲ ਹੀ ਕਰਨਾ ਹੈ, ਕਿਉਂਕਿ ਯਾਦ ਰਹੇ ਜਦੋਂ ਕਿਸੇ ਘਰ ਦੇ ਵਿੱਚ ਬੱਚਾ ਸ਼ਰਾਰਤੀ ਹੋ ਜਾਵੇ ਤੇ ਉਹਦਾ ਕਾਰਨ ਕੋਈ ਉਹਦਾ ਦੁਸ਼ਟ ਮਿੱਤਰ ਹੋਵੇ ਨਾ, ਉੱਥੇ ਦੋ ਕੰਮ ਕਰਨੇ ਪੈਂਦੇ ਨੇ। ਇੱਕ ਤਾਂ ਉਹਦੇ ਦੁਸ਼ਟ ਮਿੱਤਰ ਨੂੰ ਕਹਿਣਾ ਪਵੇਗਾ ਭਰਾਵਾ ਸਾਡੇ ਬੱਚੇ ਦੇ ਨੇੜੇ ਨਾ ਲੱਗੀ, ਅਸੀਂ ਤੇ ਆਪਣੇ ਬੱਚੇ ਨੂੰ ਤੇਰੀ ਸੰਗਤ 'ਚ ਨਹੀਂ ਰੱਖਣਾ ਚਾਹੁੰਦੇ, ਤੂੰ ਸ਼ਰਾਬਾਂ ਪੀਣ ਵਾਲਾ, ਤੂੰ ਨਸ਼ੇ ਕਰਨ ਵਾਲਾ, ਤੂੰ ਗਾਲਾਂ ਕੱਢਣ ਵਾਲਾ, ਤੇ ਅਸੀਂ ਆਪਣੇ ਬੱਚੇ ਨੂੰ ਤੇਰੀ ਸੰਗਤ 'ਚ ਨਹੀਂ ਰੱਖ ਸਕਦੇ, ਭਰਾਵਾ ਅੱਜ ਤੋਂ ਬਾਅਦ ਸਾਡੇ ਘਰ ਨਾ ਵੜੀ। ਇੱਕ ਤਾਂ ਉਸ ਦੁਸ਼ਟ ਮਿੱਤਰ ਨੂੰ ਰੋਕੋ ਵੀ ਭਾਈ ਤੂੰ ਅੱਜ ਤੋਂ ਬਾਅਦ ਮੇਰੇ ਬੱਚੇ ਨੂੰ ਨਹੀਂ ਮਿਲਣਾ, ਤੇ ਦੂਸਰਾ ਆਪਣੇ ਬੱਚੇ ਨੂੰ ਵੀ ਸਮਝਾਉਣਾ ਪਵੇਗਾ ਕਿ ਬੱਚੇ ਉਹ ਬੰਦਾ ਮਾੜਾ ਹੈ, ਉਹਦੇ ਕੋਲ ਨਹੀਂ ਜਾਣਾ। ਆਪਣੇ ਬੱਚੇ ਨੂੰ ਵੀ ਨਾਲ ਟਿਕਾਉਣ ਦਾ ਹੀਲਾ ਕਰਨਾ ਪੈਣਾ ਹੈ, ਕਿਉਂਕਿ ਜੇ ਮਿੱਤਰ ਨੂੰ ਤਾਂ ਸਮਝਾ ਲਿਆ, ਬੱਚੇ ਨੂੰ ਟਿਕਾਉਣ ਦੀ ਕੋਸ਼ਿਸ਼ ਨਹੀਂ ਹੋਈ ਤੇ ਫਿਰ ਬੱਚਾ ਵੀ ਉਧਰ ਭੱਜੇਗਾ, ਜਾਏਗਾ, ਜਿੱਦ ਕਰੇਗਾ ਮੈਂ ਤਾਂ ਜਾਣਾ ਉਹਦੇ ਕੋਲ। ਨਾਲ ਬੱਚੇ ਨੂੰ ਵੀ ਸਮਝਾਉਣਾ ਪਵੇਗਾ। ਤੋ ਇਸ ਮਨ ਨੂੰ ਸਮਝਾਉਣਾ ਹੈ। ਕਿਵੇਂ ਸਮਝਾਉਣਾ ਹੈ, ਇਸ ਮਨ ਨੂੰ ਕਿਵੇਂ ਟਿਕਾਉਣਾ ਹੈ, ਇਹਦਾ ਹੱਲ ਵੀ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਦਾ ਫਰਮਾਨ ਹੈ, ਮਹਾਰਾਜ ਕਹਿੰਦੇ ਆਹ ਦੇਖੋ ਮਨ ਨੂੰ ਟਿਕਾਉਣ ਦਾ ਤਰੀਕਾ। ਸਾਧੋ ਇਹੋ ਮਨ ਗਹਿਓ ਨਾ ਜਾਈ, ਮਨ ਟਿਕਦਾ ਨਹੀਂ, ਮਹਾਰਾਜ ਟਿਕਾਉਣਾ ਹੈ, ਹੱਲ ਦੱਸੋ। ਤੇ ਮਹਾਰਾਜ ਕਹਿੰਦੇ ਆ ਸੁਣ ਲਓ ਹੱਲ। ਸਤਿਗੁਰੂ ਜੀ ਦਾ ਫਰਮਾਨ ਹੈ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਹ ਖਿੰਚੈ ਤਹ ਜਾਏ। ਮਹਾਰਾਜ ਕਹਿੰਦੇ ਇਹ ਜਿਹੜਾ ਮਨ ਹੈ ਨਾ, ਇੱਕ ਮਸਤ ਹਾਥੀ ਦੀ ਤਰ੍ਹਾਂ ਹੈ। ਜਿਵੇਂ ਮਸਤ ਹਾਥੀ ਟਿਕਦਾ ਨਹੀਂ ਨਾ, ਤੁਸੀਂ ਦੇਖ ਲਓ ਜਿਹੜਾ ਹਾਥੀ ਮਸਤ ਹੋ ਜਾਵੇ, ਸ਼ਰਾਬ ਨਾਲ ਰੱਜਿਆ ਹੋਵੇ ਜਾਂ ਪਾਗਲ ਹੋ ਗਿਆ ਹੋਵੇ, ਮਸਤ ਹੋਇਆ ਹਾਥੀ ਕਦੀ ਟਿਕਦਾ ਨਹੀਂ, ਤਬਾਹੀ ਮਚਾਏਗਾ। ਕਦੀ ਸੁੰਡ ਦੇ ਨਾਲ ਰੁੱਖ ਨੂੰ ਜੜੋਂ ਪੱਟ ਦੇਗਾ, ਜਿਹੜੀ ਵੀ ਚੀਜ਼ ਆਈ ਉਹਨੇ ਤੋੜੀ ਫੋੜੀ ਜਾਣੀ ਆ। ਕਦੀ ਇੱਧਰ ਸੁੰਡ ਮਾਰਤੀ, ਕਦੀ ਉੱਧਰ ਸੁੰਡ ਮਾਰਤੀ, ਕਦੀ ਉਹਨੂੰ ਤੋੜਤਾ, ਕਦੀ ਉਹਨੂੰ ਤੋੜਤਾ। ਇਸ ਤਰ੍ਹਾਂ ਇਹ ਜਿਹੜਾ ਮਸਤ ਹਾਥੀ ਹੁੰਦਾ ਬਵਾਲ ਲਿਆ ਦਿੰਦਾ, ਇਹ ਤੂਫਾਨ ਮਚਾ ਦਿੰਦਾ ਮਸਤ ਹਾਥੀ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਹਾਥੀ ਮਸਤ ਹੋ ਗਿਆ ਹੋਵੇ ਨਾ, ਉਹਨੂੰ ਕੌਣ ਟਿਕਾ ਸਕਦਾ ਹੈ? ਟਿਕਾ ਸਕਦਾ ਹੈ ਮਹਾਵਤ। ਕਿਵੇਂ ਟਿਕਾ ਸਕਦਾ ਹੈ? ਆਪਣੇ ਕੁੰਡੇ ਦੇ ਨਾਲ, ਕਿਉਂਕਿ ਜਦੋਂ ਮਹਾਵਤ ਦਾ ਕੁੰਡਾ ਉਹਦੇ ਸੀਸ ਤੇ ਲੱਗਦਾ ਹੈ ਫਿਰ ਹਾਥੀ ਉਸ ਮਹਾਵਤ ਦੀ ਮਰਜ਼ੀ ਨਾਲ ਹੀ ਚੱਲਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਮਨ ਕੁੰਚਰ, ਮਨ ਮਸਤ ਹਾਥੀ ਹੈ, ਪੀਲਕ ਗੁਰੂ, ਤੇ ਗੁਰੂ ਮਹਾਵਤ, ਤੇ ਪੀਲਕ ਦਾ ਅਰਥ ਹੈ ਮਹਾਵਤ। ਗਿਆਨ ਕੁੰਡਾ, ਤੇ ਗਿਆਨ ਕੁੰਡਾ ਹੈ ਭਾਵ ਮਹਾਵਤ ਕੁੰਡੇ ਦੇ ਜ਼ਰੀਏ ਹਾਥੀ ਨੂੰ ਕਾਬੂ ਕਰਦਾ ਹੈ, ਗੁਰੂ ਗਿਆਨ ਦੇ ਜ਼ਰੀਏ ਇਸ ਮਨ ਨੂੰ ਕਾਬੂ ਕਰੇਗਾ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਜਿਹੜੇ ਸੱਜਣ ਗਿਆਨ ਨੂੰ ਗੁਰੂ ਕਹਿੰਦੇ ਨੇ ਨਾ, ਆ ਪੰਕਤੀ ਧਿਆਨ ਨਾਲ ਸੁਣ ਲਓ। ਇੱਥੇ ਮਹਾਵਤ ਤੇ ਕੁੰਡਾ ਦੋ ਚੀਜ਼ਾਂ ਨੇ ਨਾ। ਹੁਣ ਗੁਰੂ ਨੂੰ ਕੰਪੇਅਰ ਕੀਤਾ ਮਹਾਵਤ ਨਾਲ, ਤੇ ਗਿਆਨ ਨੂੰ ਕੰਪੇਅਰ ਕੀਤਾ ਕੁੰਡੇ ਦੇ ਨਾਲ। ਕੁੰਡਾ ਉਹ ਚੀਜ਼ ਜਿਹੜੀ ਮਹਾਵਤ ਨੇ ਹੱਥ 'ਚ ਪਕੜੀ ਏ, ਗਿਆਨ ਉਹ ਚੀਜ਼ ਜਿਹੜੀ ਗੁਰੂ ਤੋਂ ਜਨਮ ਲੈਂਦੀ ਏ, ਜਿਹਨੂੰ ਗੁਰੂ ਵਰਤ ਕੇ, ਜਿਹਨੂੰ ਜ਼ਰੀਆ ਬਣਾ ਕੇ ਗੁਰੂ ਫਿਰ ਸਾਡੇ ਮਨ ਨੂੰ ਟਿਕਾਉਂਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਕਹਿਣ ਲੱਗੇ, ਅਸਲ 'ਚ ਗਿਆਨ ਜ਼ਰੀਆ ਹੈ। ਤੁਸੀਂ ਦੇਖੋ ਜੇ ਹੁਣ ਕੋਈ ਕਵੇ ਕਿ ਕੁੰਡਾ ਹੀ ਮਹਾਵਤ ਹੋ ਗਿਆ, ਫਿਰ ਇੱਥੇ ਮਹਾਰਾਜ ਨੇ ਕੁੰਡੇ ਨੂੰ ਗੁਰੂ ਕਹਿ ਦੇਣਾ ਸੀ, ਕੁੰਡੇ ਨੂੰ ਗਿਆਨ ਕਿਹਾ ਗਿਆ, ਗੁਰੂ ਮਹਾਵਤ ਦੇ ਨਾਲ ਕੰਪੇਅਰ ਕੀਤਾ ਗਿਆ। ਹੁਣ ਤੁਸੀਂ ਦੇਖ ਲਓ, ਉਹ ਕੱਲਾ ਕੁੰਡਾ ਕਾਫੀ ਨਹੀਂ ਹਾਥੀ ਨੂੰ ਕਾਬੂ ਕਰਨ ਲਈ। ਮੰਨ ਲਓ ਜਿਹੜੇ ਕੁੰਡੇ ਦੇ ਨਾਲ ਮਹਾਵਤ ਹਾਥੀ ਕਾਬੂ ਕਰਦਾ ਹੈ, ਉਹ ਕੁੰਡਾ ਮੈਂ ਪਕੜ ਕੇ ਕਵਾਂ ਵੀ ਮੈਂ ਮਸਤ ਹਾਥੀ ਨੂੰ ਕਾਬੂ ਕਰ ਲਵਾਂਗੇ? ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਮੈਨੂੰ ਐਕਸਪੀਰੀਅੰਸ ਹੀ ਨਹੀਂ ਕੁੰਡੇ ਨੂੰ ਵਰਤਣ ਦਾ, ਮੈਂ ਐਕਸਪਰਟ ਹੀ ਨਹੀਂ ਵੀ ਕੁੰਡੇ ਨੂੰ ਵਰਤਣਾ ਕਿਵੇਂ ਆ। ਪਰ ਮਹਾਵਤ ਜਾਣਦਾ ਹੈ ਕਿ ਕੁੰਡੇ ਨੂੰ ਕਿਵੇਂ ਵਰਤ ਕੇ ਹਾਥੀ ਨੂੰ ਕਾਬੂ ਕਰਨਾ ਹੈ। ਇਹ ਗੁਰੂ ਜਾਣਦਾ ਹੈ ਕਿ ਗਿਆਨ ਨੂੰ ਕਿਵੇਂ ਵਰਤ ਕੇ ਉਹਦੇ ਮਨ ਨੂੰ ਕਾਬੂ ਕਰਨਾ ਹੈ। ਅਸੀਂ ਗਿਆਨ ਕੁੰਡਾ ਤਾਂ ਪਕੜ ਲਿਆ, ਪਰ ਜਿਹੜੇ ਕੁੰਡੇ ਦੇ ਨਾਲ ਮਨ ਕਾਬੂ ਕਰਨਾ ਸੀ, ਉਸੇ ਕੁੰਡੇ ਦੇ ਨਾਲ ਇੱਕ ਦੂਜੇ ਨਾਲ ਹੀ ਲੜਨ ਲੱਗ ਪਏ ਆ, ਆਪ ਹੀ ਤਬਾਹੀ ਮਚਾਉਣ ਲੱਗ ਗਏ। ਕਿਉਂ? ਕਿਉਂਕਿ ਸਾਨੂੰ ਭੁਲੇਖਾ ਪੈ ਗਿਆ। ਤਾਂ ਖੈਰ ਜਿਹੜੇ ਆਪਾਂ ਵਿਸ਼ੇ ਤੇ ਗੱਲ ਕਰ ਰਹੇ ਹਾਂ, ਮਹਾਰਾਜ ਕਹਿੰਦੇ ਮਨ ਹਾਥੀ ਹੈ, ਗੁਰੂ ਮਹਾਵਤ ਹੈ, ਗਿਆਨ ਕੁੰਡਾ ਹੈ, ਤੇ ਗੁਰੂ ਗਿਆਨ ਕੁੰਡੇ ਦੇ ਜ਼ਰੀਏ ਇਸ ਮਨ ਰੂਪੀ ਮਸਤ ਹਾਥੀ ਨੂੰ ਕਾਬੂ ਕਰਦਾ ਹੈ। ਮਹਾਰਾਜ ਦਾ ਬਚਨ ਹੈ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਹ ਖਿੰਚੈ ਤਹ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉੱਜੜ ਪਾਏ। ਜਿਹੜਾ ਹਾਥੀ ਮਹਾਵਤ ਦੇ ਕੁੰਡੇ ਤੋਂ ਬਾਹਰ ਹੋਵੇ ਉਹ ਉੱਜੜਿਆ ਰਹੇਗਾ, ਜਿਹੜਾ ਮਨ ਗੁਰੂ ਦੇ ਗਿਆਨ ਦੀ ਅਧੀਨਗੀ ਨਹੀਂ ਮੰਨਦਾ ਉਹ ਮਨ ਵੀ ਭਟਕਦਾ ਰਹੇਗਾ। ਇਹਨੂੰ ਭਾਈ ਗੁਰਦਾਸ ਜੀ ਨੇ ਹੋਰ ਬੜੇ ਵਿਸਥਾਰ ਨਾਲ ਸਮਝਾਇਆ, ਕੁਝ ਉਦਾਹਰਨਾਂ ਲੈ ਕੇ। ਭਾਈ ਗੁਰਦਾਸ ਜੀ ਨੇ 3 ਉਦਾਹਰਨਾਂ ਲਈਆਂ
ਕਹਿੰਦੇ ਜਿਵੇਂ ਤੁਸੀਂ ਦੇਖ ਲਓ ਪੰਛੀ ਇੱਕ ਜਗ੍ਹਾ ਤੇ ਟਿਕਦਾ ਨਹੀਂ, 10 ਦਿਸ਼ਾਵਾਂ 'ਚ ਭਟਕਦਾ ਰਹੇਗਾ, ਪਰ ਸ਼ਿਕਾਰੀ ਜਾਲ ਦੇ ਜ਼ਰੀਏ ਉਸ ਪੰਛੀ ਨੂੰ ਕਾਬੂ ਕਰਕੇ ਪਿੰਜਰੇ 'ਚ ਟਿਕਾ ਦਿੰਦਾ ਹੈ। ਜਿਹੜਾ ਪੰਛੀ ਟਿਕਦਾ ਨਹੀਂ ਸੀ, ਸ਼ਿਕਾਰੀ ਨੇ ਆਪਣੇ ਜਾਲ ਦੇ ਜ਼ਰੀਏ ਉਹਨੂੰ ਪਿੰਜਰੇ 'ਚ ਟਿਕਾਤਾ। ਇਸੇ ਤਰ੍ਹਾਂ ਇੱਕ ਮਸਤ ਹੋਇਆ ਹਾਥੀ ਟਿਕਦਾ ਨਹੀਂ, ਭਟਕਦਾ ਰਹੇਗਾ, ਤਬਾਹੀ ਮਚਾਉਂਦਾ ਰਹੇਗਾ, ਤੇ ਜਿਹੜਾ ਮੁਹਾਵਤ ਹੈ ਆਪਣੇ ਕੁੰਡੇ ਦੇ ਜ਼ਰੀਏ ਉਸ ਹਾਥੀ ਨੂੰ ਕਾਬੂ ਕਰ ਲੈਂਦਾ ਹੈ। ਇਸੇ ਤਰ੍ਹਾਂ ਇੱਕ ਸੱਪ ਪਤਾ ਨਹੀਂ ਕਿੰਨਿਆਂ ਨੂੰ ਨੁਕਸਾਨ ਕਰਦਾ ਹੈ, ਕਿਸੇ ਦੀ ਪਕੜ 'ਚ ਨਹੀਂ ਆਉਂਦਾ, ਡੂੰਗੀ ਬਿੱਲ ਖੁੱਡ ਦੇ ਵਿੱਚ ਬੈਠ ਕੇ ਲੁਕਿਆ ਰਹਿੰਦਾ ਹੈ, ਪਰ ਇੱਕ ਸਪੇਰਾ ਆਪਣੇ ਬੀਨ ਦੇ ਜ਼ਰੀਏ ਉਸ ਸੱਪ ਨੂੰ ਕਾਬੂ ਕਰ ਲੈਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਇੱਕ ਸ਼ਿਕਾਰੀ ਜਾਲ ਦੇ ਜ਼ਰੀਏ ਪੰਛੀ ਨੂੰ ਕਾਬੂ ਕਰ ਲੈਂਦਾ ਹੈ, ਇੱਕ ਮੁਹਾਵਤ ਕੁੰਡੇ ਦੇ ਜ਼ਰੀਏ ਹਾਥੀ ਨੂੰ ਕਾਬੂ ਕਰ ਲੈਂਦਾ ਹੈ, ਇੱਕ ਸਪੇਰਾ ਬੀਨ ਦੇ ਜ਼ਰੀਏ ਉਸ ਸੱਪ ਨੂੰ ਕਾਬੂ ਕਰ ਲੈਂਦਾ ਹੈ, ਇਸੇ ਤਰ੍ਹਾਂ ਗੁਰੂ ਗਿਆਨ ਦੇ ਜ਼ਰੀਏ ਇਸ ਮਨ ਨੂੰ ਕਾਬੂ ਕਰ ਲੈਂਦਾ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਜੈਸੇ ਪੰਛੀ ਉੜਤ ਫਿਰਤ ਹੈ ਆਕਾਸ਼ਚਾਰੀ, जार डार पिंजरी में राखियत आन कै, जैसे गज राज गहबर बन में मदोन, बस हुए महावत कै अंकुश कै मान कै, जैसे बिखया तर बिखम बिल में पताल, गहे साप हेरा ताहे मंत्रन की कान कै, तैसे त्रिभवन प्रत भ्रमत चंचल चित, नेचल होत मत सतगुर ज्ञान कै। सतगुरु फिर ज्ञान दे जरिए इस मन नूं काबू कर लैंदा है। तृष्णा बुझदी है, परमात्मा दे नाम नाल मन काबू आउंदा है। जे ये गुरु दे ज्ञान दी अधीनगी कबूल लवेगा तां ही एक वचन पढ़दे आ कि सिखां दा मन नीवा मत उच्ची। इहदा अर्थ की है कि मन नीवा हो गया है, मत उच्ची हो गई। वो मत जिहदे च गुरु दा ज्ञान वसिया है, मन ने गुरु दे ज्ञान दी अधीनगी कबूल लई ते काबू च आ जाएगा। हुण देखो जिहड़ा मन तृष्णा च डुब्बिया रहिंदा सी, भड़कदा रहिंदा सी भी मैं वो भी हासिल करना है, हुण गुरु दा ज्ञान सिखाउंदा है कि तू मेहनत कर, सारा दिन मेहनत कर, पर जदों हुण गुटका साहब लैके पाठ करन बैठा उदों मन उत्थे ही टिका लै। गुरु दा ज्ञान सिखाउंदा है, उदों चिंतावां च ना डुब, तू अपनी मेहनत कर लईए। हुण घरे बैठा चिंता क्यों कर रहा है, हुण मन च क्यों सोच रहा भी मैं वो भी हासिल करना है, वो भी हासिल करना है। महाराज कहते काहे रे मन चितवै उद्दम, जा आहर हर जियो परिया, सैल पत्थर में जंत उपाए, ताका रिजक आगे कर धरिया। सतगुरु दा ज्ञान मन नूं समझाउंदा है। मना इस गल नूं समझ ला, जे परमात्मा पत्थरां च बैठे कीड़े नूं अन्न दे सकदा वो तैनूं भी दे देवेगा, चिंता ना कर। ते इत्थे मैं बेनती करा, इन्हां पंक्तियां नूं वरत के असीं आलसी नहीं हो जाना। कई सज्जन ना किरत तो बाहर हो के किरत करते नहीं, घरे वेले बैठे रहंदे ने, ते कोई समझावे भरावा तू भी अपने माता पिता नूं कुछ कमा के दे दे, ते अक्सर पंक्ति वरत लैंदे ने काहे रे मन चितवै उद्दम। याद रहे गुरु ने सानू आलसी नहीं बनाया। ये पंक्ति किवें समझनी है। महाराज कहंदे तू उद्दम कर, मेहनत कर, मेहनत करदे हथी कमा के खा, घाल खाए किछ हथों दे। गुरु दा ज्ञान ये भी कहंदा है हथी कमा के खा, पर जदों घर बैठिया हुण तू मेहनत करके तो आ गया है, पर फिर भी घर बैठिया चिंता सता रही है, यार मेहनत की है पर मैनू वो चीज़ हासिल हो जूगी कि मैनू वो चीज़ मिल जूगी। उत्थे महाराज कहंदे फिर ये चीज़ याद करया कर, काहे रे मन चितवै उद्दम, जा आहर हर जियो परिया, सैल पत्थर में जंत उपाए, ताका रिजक आगे कर धरिया। जिहड़ा मन इत्थे भड़क रहा सी भी मैं वो चीज़ किवें हासिल करनी आ, वो चीज़ किवें हासिल करनी आ, गुरु दे इस ज्ञान ने मन नूं समझा के टकाता। भाई तू फिक्र ना कर, बस गुरु नाल जुड़। गुरु दे ज्ञान दे अधीन जे मन हो जाएगा तो महाराज कहते फिर ये मन जरूर टिक जाएगा। वैसे साधो इहो मन गहो ना जाई, आम तौर पर यह मन टिकदा नहीं, भटकदा रहिंदा है, कदी इधर चला गया कदी उधर चला गया, 10 ही दिशावां च भटकदा है। पर महाराज कहते परमात्मा दे नाम नाल जुड़िया तृष्णा वस विच आउंदी है, गुरु दे ज्ञान दे अधीन होया मन टिकाऊ च आउंदा है। ते जदों तृष्णा वस विच आ गई, मन टिकाऊ च आ गया, फिर कबीर मन शीतल भया, पाया ब्रह्म ज्ञान, जिह ज्वाला जग जा रहा, जन के उदक समान। जिस माया दी तृष्णा ने पूरे जगत नूं साड़िया है, जिहड़ा परमात्मा दे नाम नाल जुड़ गया, गुरु दे ज्ञान नाल जुड़ गया, महाराज कहंदे पानी वांग ठंडा हुंदा है, मन उहदा शांत हो जाता है। पर जिहड़े उस परमात्मा दे नाम नाल जुड़े नहीं, गुरु दे ज्ञान दे अधीन नहीं होए, महाराज कहंदे उन्हां तो ये मन वस नहीं कीता जा सकदा, उन्हां दा मन भटकदा रहिंदा है। साधो इहो मन गहिओ ना जाई,
ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਹਾਈ। ਤੋ ਇਹ ਇਸ ਬਚਨ ਦੀ ਰਹਾਉ ਦੀ ਤੁਕ ਸੀ। ਆਓ ਹੁਣ ਇਸ ਬਚਨ ਦੇ ਅਖਰੀ ਅਰਥ ਦੀ ਵਿਚਾਰ ਕਰੀਏ ਜੀ। ਜਿੰਨੇ ਵੀ ਆਪਾਂ ਜੁੜ ਬੈਠੇ ਹਾਂ ਸਤਿਗੁਰੂ ਦੀ ਬਖਸ਼ਿਸ਼ ਦੇ ਸਦਕਾ ਆਓ ਸਤਿਗੁਰਾਂ ਦੇ ਪਾਵਨ ਬਚਨ ਦੇ ਵਿੱਚ ਹਾਜ਼ਰੀ ਭਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਬਚਨ ਫਰਮਾ ਰਹੇ ਹਨ। ਸਾਧੋ ਇਹ ਮਨ ਗਹਿਓ ਨਾ ਜਾਈ। ਸਤਿਗੁਰੂ ਜੀ ਕਹਿੰਦੇ ਸਾਧਨਾ ਕਰਨ ਵਾਲਿਆ ਇਹ ਗੱਲ ਸਮਝ ਲਾ ਵੀ ਇਹ ਮਨ ਜਿਹੜਾ ਹੈ ਫੜਿਆ ਨਹੀਂ ਜਾ ਸਕਦਾ, ਇਹਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਹਾਈ। ਕਿਉਂ ਨਹੀਂ ਵਸ ਵਿੱਚ ਕੀਤਾ ਜਾ ਸਕਦਾ? ਕਿਉਂਕਿ ਚੰਚਲ ਤ੍ਰਿਸ਼ਨਾ ਇਹਦੇ ਨਾਲ ਵਸਦੀ ਹੈ। ਇਹ ਤ੍ਰਿਸ਼ਨਾ ਮਨ ਨੂੰ ਟਿਕਣ ਨਹੀਂ ਦਿੰਦੀ। ਤ੍ਰਿਸ਼ਨਾ ਦੇ ਕਰਕੇ ਮਨ ਦੇ ਵਿੱਚ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਫੁਰਨੇ ਚੱਲਦੇ ਨੇ। ਪਾਠ ਕਰਦਾ ਵੀ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ, ਕਿਤੇ ਹੋਰ ਭਟਕਦਾ ਰਹਿੰਦਾ ਹੈ। ਕਾਰਨ ਕਿਉਂਕਿ ਤ੍ਰਿਸ਼ਨਾ ਇਹਦੇ ਨਾਲ ਵਸਦੀ ਹੈ। ਇਹੀ ਕਾਰਨ ਨੇ ਕਿ ਇਹ ਮਨ ਟਿਕਦਾ ਨਹੀਂ ਹੈ। ਰਹਾਓ ਠਹਿਰਾਓ ਦੇ ਕੇ ਸਤਿਗੁਰੂ ਜੀ ਫਰਮਾ ਰਹੇ ਹਨ। ਕਠਨ ਕ੍ਰੋਧ ਕਟਹੀ ਕੇ ਪੀਤਰ ਜਿਹੇ ਸੁਧ ਸਭ ਬਿਸਰਾਈ। ਕਠਨ ਕ੍ਰੋਧ ਔਖਾ ਵਸ ਵਿੱਚ ਆਉਣ ਵਾਲਾ ਕ੍ਰੋਧ ਵੀ ਇਸ ਹਿਰਦੇ 'ਚ ਵਸਦਾ ਹੈ। ਮਹਾਰਾਜ ਕਹਿੰਦੇ ਨੇ ਕਠਨ ਕ੍ਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ। ਕ੍ਰੋਧ ਵੀ ਘਟ ਦੇ ਵਿੱਚ ਹਿਰਦੇ ਵਿੱਚ ਵਸ ਰਿਹਾ ਹੈ ਤੇ ਇਸ ਕ੍ਰੋਧ ਨੇ ਬੰਦੇ ਦੀ ਸਾਰੀ ਅਕਲ ਸਾਰਾ ਹੋਸ਼ ਖੋਹ ਲਿਆ। ਤੁਸੀਂ ਦੇਖ ਲਓ ਕਿ ਬੰਦਾ ਕ੍ਰੋਧ ਦੇ ਵਿੱਚ ਇੰਨਾ ਹੋਸ਼ ਗਵਾ ਲੈਂਦਾ ਹੈ ਕਿ ਇਹਨੂੰ ਪਤਾ ਹੀ ਨਹੀਂ ਵੀ ਮੈਂ ਹਾਂ ਕੌਣ। ਵੱਡੇ ਵੱਡੇ ਵਿਦਵਾਨ ਵੀ ਇਸ ਕ੍ਰੋਧ ਤੋਂ ਹਾਰ ਜਾਂਦੇ ਨੇ ਤੇ ਕ੍ਰੋਧੀ ਹੋਇਆ ਬੰਦਾ ਲੱਗਦਾ ਹੀ ਨਹੀਂ ਵੀ ਇਹ ਵਿਦਵਾਨ ਵੀ ਹੋਵੇਗਾ, ਕਿਉਂਕਿ ਕ੍ਰੋਧ ਦੇ ਵਿੱਚ ਬੰਦਾ ਆਪਣੀ ਅਕਲ ਗਵਾ ਲੈਂਦਾ ਹੈ। ਮਹਾਰਾਜ ਕਹਿੰਦੇ ਆਪਣੀ ਹੋਸ਼ ਗਵਾ ਜਾਂਦਾ ਹੈ। ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛ ਨਾ ਬਸਾਈ। ਮਹਾਰਾਜ ਕਹਿੰਦੇ ਰਤਨ ਗਿਆਨ ਸਭ ਕੋ ਹਿਰ ਲੀਨਾ। ਜਿਹੜਾ ਸ੍ਰੇਸ਼ਟ ਗਿਆਨ ਹੈ ਨਾ ਇਹ ਕ੍ਰੋਧ ਖੋਹ ਲੈਂਦਾ ਹੈ। ਗੁੱਸਾ ਜਿਹੜਾ ਸਾਡੀ ਗਿਆਨ ਨੂੰ ਵੀ ਖੋਹ ਲੈਂਦਾ ਹੈ, ਕਿਉਂਕਿ ਜਿਹੜਾ ਮਨ ਦੇ ਵਿੱਚ ਗਿਆਨ ਇਹ ਗੱਲਾਂ ਕਰ ਰਿਹਾ ਸੀ ਕਿ ਭਾਈ ਸਦਾ ਸ਼ਾਂਤ ਰਹਿਣਾ ਚਾਹੀਦਾ ਹੈ, ਨਫ਼ਰਤ ਨਹੀਂ ਕਰਨੀ ਚਾਹੀਦੀ, ਗੁੱਸਾ ਆਉਣ ਤੇ ਬੰਦਾ ਸਾਰੀਆਂ ਗਿਆਨ ਦੀਆਂ ਗੱਲਾਂ ਭੁੱਲ ਜਾਂਦਾ ਹੈ। ਇਹ ਕ੍ਰੋਧ ਜਿਹੜਾ ਹੈ ਸਾਡੇ ਗਿਆਨ ਨੂੰ ਖੋਹ ਲੈਂਦਾ ਹੈ। ਮਹਾਰਾਜ ਕਹਿੰਦੇ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਸਿਓ ਕਛ ਨਾ ਬਸਾਏ। ਤੇ ਇਸ ਗੁੱਸੇ ਅੱਗੇ ਕ੍ਰੋਧ ਅੱਗੇ ਵੱਡੇ ਵੱਡੇ ਵਿਦਵਾਨਾਂ ਦਾ ਵੀ ਵਸ ਨਹੀਂ ਚੱਲਦਾ। ਜੋਗੀ ਜਤਨ ਕਰਤ ਸਭ ਹਾਰੇ ਗੁਨੀ ਰਹੇ ਗੁਣ ਗਾਈ। ਤੇ ਮਹਾਰਾਜ ਕਹਿੰਦੇ ਵੱਡੇ ਵੱਡੇ ਜੋਗੀ ਇੰਨਾ ਪ੍ਰਕਾਰ ਦਾ ਆਪਣੇ ਤਨ ਨੂੰ ਕਸ਼ਟ ਦਿੰਦੇ ਨੇ, ਬੜੇ ਪ੍ਰਕਾਰ ਦੇ ਉਹ ਸਾਧਨਾ ਸਾਧਦੇ ਨੇ, ਕਿੰਨੇ ਪ੍ਰਕਾਰ ਦੇ ਤਰੀਕੇ ਵਰਤਦੇ ਨੇ, ਪਰ ਵੱਡੇ ਵੱਡੇ ਜੋਗੀ ਵੀ ਥੱਕ ਗਏ, ਇਸ ਮਨ ਨੂੰ ਕਾਬੂ ਨਹੀਂ ਕਰ ਸਕੇ। ਤੇ ਇੱਥੋਂ ਤੱਕ ਮਹਾਰਾਜ ਕਹਿੰਦੇ ਕਈ ਗੁਣੀ ਲੋਕ ਵਿਦਵਾਨ ਲੋਕ ਵੀ ਆਪਣੇ ਵਿਦਿਆ ਦੇ ਰਾਹੀਂ ਉਸ ਪਰਮਾਤਮਾ ਦੀ ਵਡਿਆਈ ਕਰਦੇ ਰਹਿੰਦੇ ਨੇ, ਪਰ ਵਿਦਿਆ ਦੇ ਜ਼ਰੀਏ ਉਹ ਵੱਡੇ ਵਿਦਵਾਨ ਤੇ ਗੁਣੀ ਲੋਕ ਵੀ ਇਸ ਮਨ ਨੂੰ ਕਾਬੂ ਨਹੀਂ ਕਰ ਸਕੇ, ਕਿਉਂਕਿ ਇਹ ਮਨ ਜਿਹੜਾ ਹੈ ਕੱਲੀ ਵਿਦਿਆ ਦੇ ਨਾਲ, ਬਾਹਰਮੁਖੀ ਵਿਦਿਆ ਦੇ ਨਾਲ ਕਾਬੂ 'ਚ ਨਹੀਂ ਆਉਂਦਾ। ਇਹ ਮਨ ਜਿਹੜਾ ਹੈ ਬਾਹਰ ਦੇ ਹੱਠ ਕਰਮਾਂ ਦੇ ਨਾਲ ਕਾਬੂ ਵਿੱਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਤਾਂ ਹੀ ਵੱਡੇ ਵੱਡੇ ਜੋਗੀ ਤੇ ਵੱਡੇ ਵੱਡੇ ਗੁਣੀ ਵੀ ਇਸ ਮਨ ਤੋਂ ਹਾਰ ਗਏ ਹਨ। ਜਨ ਨਾਨਕ ਹਰ ਭਏ ਦਿਆਲਾ ਤੋ ਸਭ ਵਿਦ ਬਨਿਆਈ। ਤੇ ਮਹਾਰਾਜ ਕਹਿੰਦੇ ਫਿਰ ਵਸ 'ਚ ਕਿਵੇਂ ਆਵੇਗਾ? ਜੋਗੀ ਹਾਰ ਗਏ, ਵੱਡੇ ਵੱਡੇ ਵਿਦਵਾਨ ਇਸ ਮਨ ਤੋਂ ਹਾਰ ਗਏ, ਫਿਰ ਵਸ 'ਚ ਆਵੇਗਾ ਕਿਵੇਂ? ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਜਨ ਨਾਨਕ ਹਰ ਭਏ ਦਇਆਲਾ। ਜਦੋਂ ਪਰਮਾਤਮਾ ਦਇਆ ਦੇ ਘਰ 'ਚ ਆਉਂਦਾ ਹੈ, ਦਇਆ 'ਚ ਦੇ ਘਰ ਆ ਕੇ ਜਦੋਂ ਬਖਸ਼ਿਸ਼ ਕਰਦਾ ਹੈ, ਜਦੋਂ ਪਰਮਾਤਮਾ ਦਇਆਲੂ ਹੁੰਦਾ ਹੈ ਤਾਂ ਮਹਾਰਾਜ ਕਹਿੰਦੇ ਤਾਂ ਸਭ ਬਿਦ ਬਣਾਏ, ਫਿਰ ਸਾਰੇ ਹੀਲੇ ਵਸੀਲੇ ਹੋ ਜਾਂਦੇ ਨੇ। ਜਦੋਂ ਪਰਮਾਤਮਾ ਨੇ ਕਿਰਪਾ ਕਰਤੀ ਨਾ ਫਿਰ ਬੰਦਾ ਗੁਰੂ ਦੇ ਅਧੀਨ ਹੋ ਜਾਂਦਾ ਹੈ।
ਗੁਰੂ ਦੇ ਗਿਆਨ ਨੂੰ ਸਮਝ ਲੈਂਦਾ ਹੈ, ਗੁਰੂ ਦੇ ਗਿਆਨ ਦੀ ਅਧੀਨਗੀ ਮੰਨ ਲੈਂਦਾ ਹੈ, ਮਨ ਨੀਵਾਂ ਹੋ ਜਾਂਦਾ ਹੈ, ਮੱਤ ਉੱਚੀ ਹੋ ਜਾਂਦੀ ਹੈ, ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਤੇ ਤ੍ਰਿਸ਼ਨਾ ਕਾਬੂ 'ਚ ਆ ਜਾਂਦੀ ਆ, ਮਨ ਕਾਬੂ 'ਚ ਆ ਜਾਂਦਾ ਹੈ। ਤਾਂ ਸਾਰੀ ਚੀਜ਼ ਪ੍ਰਮਾਤਮਾ ਦੇ ਦਇਆ ਤੇ ਡਿਪੈਂਡ ਕਰਦੀ ਹੈ। ਜਿਹਦੇ ਤੇ ਪ੍ਰਮਾਤਮਾ ਦਇਆਲੂ ਹੋਇਆ ਉਹੀ ਵਾਹਿਗੁਰੂ ਦੇ ਨਾਮ ਵਿੱਚ ਜੁੜਿਆ ਹੈ, ਉਹੀ ਗੁਰੂ ਦੇ ਅਧੀਨ ਹੋਇਆ ਹੈ ਤੇ ਉਹੀ ਫਿਰ ਇਸ ਮਨ ਨੂੰ ਕਾਬੂ ਕਰ ਲਾਉਂਦਾ ਹੈ। ਜਿਹੜਾ ਮਨ ਵੈਸੇ ਕਾਬੂ 'ਚ ਨਹੀਂ ਆ ਸਕਦਾ, ਗੁਰੂ ਦੇ ਅਧੀਨ ਹੋਇਆ ਤੇ ਪ੍ਰਮਾਤਮਾ ਦੀ ਦਇਆ ਦੇ ਸਦਕਾ ਇਹ ਮਨ ਵੀ ਜਿਹੜਾ ਫਿਰ ਕਾਬੂ 'ਚ ਆ ਜਾਂਦਾ ਹੈ। ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਆਪਣੇ ਤ੍ਰਿਸ਼ਨਾ ਨੂੰ ਕਾਬੂ 'ਚ ਕਰੀਏ ਤੇ ਦਾਤਾ ਜੀ ਆਪ ਰਹਿਮਤ ਕਰਕੇ, ਪ੍ਰਮਾਤਮਾ ਜੀ ਆਪ ਸਾਡੇ ਤੇ ਦਇਆ ਕਰਕੇ, ਦਿਆਲਤਾ ਵਰਤ ਕੇ ਸਾਡੇ ਮਨ ਨੂੰ ਵੀ ਟਿਕਾ ਦੇਵੋ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।